ਇੰਟਰਨੈਸ਼ਨਲ ਅਤੇ ਟੀਵੀ ਰਾਹੀਂ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਦਾਸ ਵੱਲੋਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਹਨ ਡਾਕਟਰ ਹਰਸ਼ਿੰਦਰ ਕੌਰ ਜੀ, ਜੋ ਰਜਿੰਦਰਾ ਮੈਡੀਕਲ ਹਸਪਤਾਲ ਪਟਿਆਲਾ ਵਿੱਚ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਹਨ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਸੈਨੇਟ ਦੇ ਮੈਂਬਰ ਹਨ। ਮੈਡੀਕਲ ਤੇ ਡੈਂਟਲ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਹਨ। ਡਾਕਟਰ ਸਾਹਿਬ ਆਪਣੀ ਨਿਸ਼ਕਾਮ ਤੇ ਨਿਧੜਕ ਸਮਾਜ ਸੇਵੀ ਵਾਲੀ ਸ਼ਖਸੀਅਤ ਤੇ ਆਪਣੇ ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਕਾਰਨ ਪ੍ਰਸਿੱਧ ਹਨ। ਲੇਖਣੀ ਉਹਨਾਂ ਨੂੰ ਵਿਰਾਸਤ ਵਿੱਚੋਂ ਮਿਲੀ ਹੈ। ਹੁਣ ਤੱਕ ਇਹਨਾਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਤਕਰੀਬਨ 32 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਆਏ ਹੋ, ਤੁਹਾਨੂੰ ਜੀ ਆਇਆਂ ਨੂੰ। ਆਓ ਸਾਡੇ ਦਰਸ਼ਕਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਦਰਸ਼ਕਾਂ ਦੇ ਨਾਲ ਦੇ ਰੂਬਰੂ ਕਰਕੇ ਤੁਹਾਡੀਆਂ ਜੋ ਵੀ ਅੱਜ ਤੱਕ ਤੁਸੀਂ ਪ੍ਰਾਪਤੀਆਂ ਕੀਤੀਆਂ ਨੇ, ਥੋੜਾ ਬਹੁਤਾ ਉਹਦਾ ਹਿੱਸਾ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ। ਜਿਸ ਤਰ੍ਹਾਂ ਤੁਸੀਂ ਭਰੂਣ ਹੱਤਿਆ ਦੇ ਵਿੱਚ ਬਹੁਤ ਵੱਡਾ ਹਮਲਾ ਮਾਰਿਆ ਤੇ ਇੱਕ ਇਨਕਲਾਬ ਲਿਆਂਦਾ, ਉਹਦੇ ਵਿੱਚ ਕਾਫੀ ਹੱਦ ਤੱਕ ਲੋਕਾਂ ਦੇ ਵਿੱਚ ਇਹ ਗੱਲ ਗਈ ਕਿ ਇਸ ਚੀਜ਼ ਨੂੰ ਰੋਕਣ ਦੇ ਲਈ ਲੋਕ ਥੋੜਾ ਬਹੁਤਾ ਯਤਨਸ਼ੀਲ ਵੀ ਨੇ, ਹੋਰ ਵੀ ਸਮਾਜ ਸੇਵੀ ਸੰਸਥਾਵਾਂ ਇਹਦੇ ਲਈ ਤਤਪਰ ਨੇ। ਉਹਦੇ ਨਾਲ ਨਾਲ ਜਿੱਥੇ ਤੁਹਾਡਾ ਪੁਰਾਤਨ ਪਰਿਵਾਰਕ ਪਿਛੋਕੜ ਬਹੁਤ ਵਿਦਵਾਨ ਸਨ ਤੇ ਤੁਹਾਨੂੰ ਇਹ ਵਿਰਾਸਤ ਦੇ ਵਿੱਚੋਂ ਲਿਖਣ ਦੀ ਜੋ ਗੁੜਤੀ ਹੈ ਉਹ ਮਿਲੀ ਹੈ। ਤੁਹਾਡੀਆਂ ਜੋ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਉਹ ਕਿਹੜੀਆਂ ਹਨ ਤੇ ਉਹਨਾਂ ਬਾਰੇ ਸਾਡੇ ਜੋ ਸਰੋਤੇ ਹਨ ਉਹਨਾਂ ਦੇ ਨਾਲ ਸਾਂਝ ਪਾਓ ਕਿ ਕਿਹੜੀਆਂ ਕਿਤਾਬਾਂ ਤੁਸੀਂ ਸਮਾਜ ਨੂੰ ਅੱਜ ਤੱਕ ਦੇ ਚੁੱਕੇ ਹੋ। ਜੀ ਹੁਣ ਤੱਕ ਮੇਰੀਆਂ 32 ਕਿਤਾਬਾਂ ਜੋ ਨੇ ਪੂਰੀਆਂ ਹੋ ਗਈਆਂ ਨੇ, ਜਿਨ੍ਹਾਂ ਵਿੱਚ ਮਾਂ ਬੋਲੀ ਦੇ ਇੱਕ ਡਾਕਟਰੀ ਦ੍ਰਿਸ਼ਟੀਕੋਣ, ਜਿਸ ਵਿੱਚ ਹੈ ਬੱਚਿਆਂ ਦੀਆਂ ਬਿਮਾਰੀਆਂ ਤੇ ਉਹਨਾਂ ਦੇ ਮਾਨਸਿਕ ਬਿਮਾਰੀਆਂ ਵੱਖੋ ਵੱਖਰੀਆਂ, ਇਹਨਾਂ ਤੇ ਅਲੱਗ ਕਿਤਾਬਾਂ ਨੇ। ਭਰੂਣ ਹੱਤਿਆ ਇੱਕ ਸਰਾਪ ਵੱਖਰੀ ਹੈ, ਜਿਹਦੇ ਵਿੱਚ ਹਾਲੀਵੁੱਡ ਵਿੱਚ ਰੋਰਿੰਗ ਸਾਇਲੈਂਸ ਨਾਮ ਦੀ ਪਿਕਚਰ ਬਣ ਰਹੀ ਹੈ ਉਹਦੇ ਤੇ। ਇਸੇ ਤਰ੍ਹਾਂ ਇਹਨਾਂ ਤੋਂ ਇਲਾਵਾ ਕਈ ਕਿਤਾਬਾਂ ਨੇ ਜਿਹੜੀਆਂ ਮੇਰੀਆਂ ਨੈਸ਼ਨਲ ਬੁੱਕ ਟਰਸਟ ਨੇ ਛਾਪੀਆਂ ਨੇ, ਜਾਂ ਸਾਡੀ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਹੈਲਥ ਜਿਹੜੇ ਸੈਂਟਰਲ ਗਵਰਨਮੈਂਟ ਵੱਲੋਂ ਉਹਨਾਂ ਵੱਲੋਂ ਵੀ ਛਾਪੀਆਂ ਗਈਆਂ ਨੇ ਬੱਚਿਆਂ ਦੀਆਂ ਬਿਮਾਰੀਆਂ ਤੇ। ਇਹਨਾਂ ਤੋਂ ਇਲਾਵਾ ਬੱਚਿਆਂ ਵਾਸਤੇ ਕਹਾਣੀਆਂ ਨੇ, ਡਾਕਟਰ ਮਾਸੀ ਦੀਆਂ ਕਹਾਣੀਆਂ, ਹਰਸ਼ ਮਾਸੀ ਦੀਆਂ ਕਹਾਣੀਆਂ, ਇਸ ਤਰ੍ਹਾਂ ਅਲੱਗ-ਅਲੱਗ, ਜਿਨ੍ਹਾਂ ਵਿੱਚ ਇੱਕ ਤਾਂ ਸਿੱਖ ਇਤਿਹਾਸ ਤੇ ਬੱਚਿਆਂ ਨੂੰ ਜਿਵੇਂ ਉਹਨਾਂ ਦੀ ਜ਼ਬਾਨ ਵਿੱਚ ਕਹਾਣੀਆਂ ਸੁਣਾਈਆਂ ਗਈਆਂ, ਜਿਵੇਂ ਨਾਨੀ ਸੁਣਾਇਆ ਕਰਦੀ ਸੀ ਉਸ ਤਰ੍ਹਾਂ ਮਾਸੀ ਵੱਲੋਂ ਸੁਣਾਈਆਂ ਕਹਾਣੀਆਂ ਨੇ। ਇੰਝ ਹੀ ਇਹਨਾਂ ਤੋਂ ਇਲਾਵਾ ਮੇਰੀ ਉਰਦੂ ਜ਼ਬਾਨ ਵਿੱਚ ਵੀ ਹੈ, ਜਿਹਦੇ ਲਈ ਮੈਨੂੰ ਉੱਥੇ ਪਾਕਿਸਤਾਨ ਦਾ ਹਾਈਐਸਟ ਲਿਟਰੇਰੀ ਅਵਾਰਡ, ਜਿਹਦੇ 'ਚ ਉਹਨਾਂ ਦਾ ਮਸੂਦ ਖੱਦਰ ਪੋਸ਼ ਅਵਾਰਡ, ਉਹ ਵੀ ਮਿਲਿਆ ਹੋਇਆ ਹੈ। ਸੋ ਆਪਣੇ ਦੇਸ਼ ਵਿੱਚ ਵੀ ਨੈਸ਼ਨਲ ਅਵਾਰਡਸ ਵੀ ਨੇ ਤੇ ਸਟੇਟ ਲੈਵਲ ਅਵਾਰਡਸ ਵੀ ਮੈਨੂੰ ਕਿਤਾਬਾਂ ਲਈ ਮਿਲ ਚੁੱਕੇ ਹੋਏ ਨੇ। ਇੱਕ ਉਹਦੇ ਵਿੱਚ ਖੁਰਾਕ ਦੀ ਕਿਤਾਬ ਦਾ ਮੈਂ ਜ਼ਿਕਰ ਕਰਨਾ ਚਾਹਾਂਗੀ, ਜਿਸ 'ਚ 100 ਸਾਲ ਦੀ ਉਮਰ ਤੋਂ ਤੱਕ ਲਈ ਅਲੱਗ-ਅਲੱਗ ਕਿਵੇਂ ਬਿਮਾਰੀਆਂ ਵਿੱਚ ਖੁਰਾਕ ਹੋਣੀ ਚਾਹੀਦੀ ਹੈ ਤੇ ਜੰਮਣ ਤੋਂ ਪਹਿਲਾਂ ਲਈ ਬੱਚੇ ਵਾਸਤੇ ਮਾਂ ਦੀ ਕੀ ਖੁਰਾਕ ਹੋਏ ਕਿ ਬੱਚਾ ਲਾਇਕ ਬਣਾਇਆ ਜਾ ਸਕਦਾ ਹੈ, ਉਹਦੇ ਬਾਰੇ ਵੀ ਹੈ। ਫਿਰ ਇੱਕ ਡਾਕਟਰ ਦੀ ਨਿੱਜੀ ਡਾਇਰੀ ਹੈ, ਜਿਹਦੇ ਵਿੱਚ ਰੀਅਲ ਲਾਈਫ ਐਨੈਕਡੋਟਸ ਨੇ ਕਿ ਕਿਸ ਤਰ੍ਹਾਂ ਦੁੱਖਾਂ ਤਕਲੀਫਾਂ ਵਿੱਚ ਜਦੋਂ ਕੋਈ ਮਰੀਜ਼ ਪਹੁੰਚਦਾ ਹੈ ਤੇ ਕੀ ਉਮੀਦ ਕਰਦਾ ਹੈ, ਜਾਂ ਕਿਸ ਤਰ੍ਹਾਂ ਡਾਕਟਰ ਤੇ ਉਹਦਾ ਅਸਰ ਪੈਂਦਾ ਹੈ, ਉਹਦੇ ਬਾਰੇ ਵੀ ਰੀਅਲ ਲਾਈਫ ਸਟੋਰੀਜ਼ ਨੇ। ਸੋ ਉਹਦੇ ਉੱਤੇ ਵੀ ਸੀਰੀਜ਼ ਬਣਾਉਣ ਦੀ ਗੱਲ ਚੱਲ ਰਹੀ ਹੈ ਕਿ ਉਹ TV ਸੀਰੀਅਲ ਉਹਦੇ ਲਈ ਬਣਨ ਲਈ। ਸੋ ਇਸ ਤਰ੍ਹਾਂ ਦੀਆਂ ਨੇ ਕਈ ਕਿਤਾਬਾਂ ਜਿਹੜੀਆਂ ਲਿਖੀਆਂ ਜਾ ਚੁੱਕੀਆਂ। ਇਹਦੇ 'ਚ ਜ਼ਿਆਦਾਤਰ ਡਾਕਟਰ ਸਾਹਿਬ ਤੁਹਾਡੀਆਂ ਜਿਹੜੀਆਂ ਕਿਤਾਬਾਂ ਨੇ ਉਹ ਪੰਜਾਬੀ ਦੇ ਵਿੱਚ ਨੇ ਕਿ ਹੋਰ ਵੀ ਭਾਸ਼ਾਵਾਂ ਦੇ ਵਿੱਚ ਲਿਖੀਆਂ ਗਈਆਂ? ਜੀ ਮੇਰੀਆਂ ਲਿਖੀਆਂ ਮੈਂ ਪੰਜਾਬੀ 'ਚ ਸਨ, ਪਰ ਉਹਨਾਂ ਦਾ ਤਰਜਮਾ ਇਸ ਵੇਲੇ ਹੋ ਰਿਹਾ ਹੈ, ਹਿੰਦੀ 'ਚ ਵੀ ਹੋ ਚੁੱਕਿਆ ਹੈ, ਹੋਰ ਵੀ 7 ਜ਼ਬਾਨਾਂ ਵਿੱਚ ਉੱਥੇ ਹੋ ਰਿਹਾ ਹੈ, ਹਿੰਦੁਸਤਾਨ ਵਿੱਚ ਹੀ, ਅੰਗਰੇਜ਼ੀ ਵਿੱਚ ਵੀ ਨੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਾਕਿਸਤਾਨ 'ਚ ਕਿਉਂਕਿ ਉਹ ਛਪੀ ਸੀ, ਸੋ ਸ਼ਾਹਮੁਖੀ ਵਿੱਚ ਵੀ ਹੈ।
ਅਲੱਗ-ਅਲੱਗ ਜ਼ਬਾਨਾਂ 'ਚ ਨੇ। ਠੀਕ ਹੈ, ਮੈਂ ਕਿ ਤੁਸੀਂ ਇਹ ਜਿਹੜੀਆਂ ਸਾਰੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਹੀ ਆਪਣੇ ਸਰੋਤਿਆਂ ਦੀ ਝੋਲੀ ਦੇ ਵਿੱਚ ਜੀ ਮੈਂ ਚਾਹਿਆ ਸੀ ਕਿ ਦੁਨੀਆ 'ਚ ਅੰਗਰੇਜ਼ੀ ਤੋਂ ਤਰਜਮਾ ਹੋ ਕੇ ਆ ਰਹੀਆਂ ਨੇ, ਕੁਝ ਅਜਿਹਾ ਲਿਖ ਦਈਏ ਕਿ ਹੋਰ ਜ਼ਬਾਨਾਂ ਵਾਲਿਆਂ ਨੂੰ ਮਜਬੂਰ ਹੋਣਾ ਪਏ ਅਸੀਂ ਤਰਜਮਾ ਕਰਕੇ ਪੜ੍ਹ ਲਈਏ ਕੀ ਲਿਖਿਆ। ਸੋ ਮੈਂ ਆਪਣੀ ਕੋਸ਼ਿਸ਼ ਥੋੜਾ ਬਹੁਤ ਸਫਲ ਹੋ ਸਕੀ ਹਾਂ ਕਿ ਲੋਕੀ ਆਪਣੀਆਂ ਜ਼ਬਾਨਾਂ 'ਚ ਇਹਨੂੰ ਤਰਜਮਾ ਕਰ ਰਹੇ ਨੇ। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਪੰਜਾਬੀ ਬੋਲੀ ਦੀ ਆਪਾਂ ਗੱਲ ਕਰੀਏ, ਪੰਜਾਬੀ ਬੋਲੀ ਤੋਂ ਬਿਨਾ ਸਾਡੀ ਹੋਂਦ ਖਤਮ ਹੋ ਜਾਂਦੀ ਹੈ। ਜੇ ਅਸੀਂ ਆਪਣੇ ਸੱਭਿਆਚਾਰ ਆਪਣੇ ਕਲਚਰ ਦੀ ਗੱਲ ਕਰੀਏ ਤੇ ਪੰਜਾਬੀ ਤੋਂ ਬਿਨਾ ਅਸੀਂ ਹੀਣੇ ਆ। ਜਿਸ ਤਰ੍ਹਾਂ ਪੰਜਾਬੀ ਨੂੰ ਹੌਲੀ ਹੌਲੀ ਖੋਰਾ ਲਾਇਆ ਜਾ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਦਰਅਸਲ ਵਿਸ਼ਵ ਪੱਧਰ ਤੇ ਜਿੰਨੇ ਵੀ ਇੰਟਰਨੈਸ਼ਨਲ ਐਕਸਪਰਟਸ ਨੇ ਲੈਂਗੁਏਜ ਦੇ ਵਾਸਤੇ, ਉਹਨਾਂ ਦਾ ਇਹੋ ਕਹਿਣਾ ਹੈ ਕਿ ਜਿੰਨੀਆਂ 6700 ਜ਼ਬਾਨਾਂ ਬੋਲੀਆਂ ਜਾ ਰਹੀਆਂ ਨੇ ਦੁਨੀਆ 'ਚ ਇਸ ਵੇਲੇ, ਉਹਨਾਂ 'ਚੋਂ ਹਰ 15 ਦਿਨ ਹੀ ਇੱਕ ਜ਼ਬਾਨ ਖਤਮ ਹੁੰਦੀ ਜਾ ਰਹੀ ਹੈ। ਤੇ ਉਹਦੇ ਕਾਰਨ ਜੋ ਦੱਸੇ ਨੇ, ਮੈਂ ਚਾਹਾਂਗੀ ਕਿ ਸੁਣਨ ਤੋਂ ਬਾਅਦ ਲੋਕ ਆਪ ਫੈਸਲਾ ਕਰਨ ਕਿ ਕੀ ਪੰਜਾਬੀ ਜ਼ਬਾਨ ਉੱਤੇ ਪੀੜ ਹੈ ਜਾਂ ਨਹੀਂ। ਕਹਿੰਦੇ ਨੇ ਉਹ ਜ਼ਬਾਨ ਖਤਮ ਹੁੰਦੀ ਜੇ ਜਿਹਦਾ ਘੇਰਾ ਸੁੰਗੜਨਾ ਸ਼ੁਰੂ ਹੋ ਜਾਏ। ਮਸਲਨ ਕਿ ਜਿਵੇਂ ਤੁਸੀਂ ਸਿਰਫ ਇੱਕ ਖਾਣਾ ਖਾਣ ਦੀ ਗੱਲ ਕਰਦੇ ਹੋ, ਜਾਂ ਆਪਾਂ ਉਹਦੇ 'ਚ ਇਹ ਲਫ਼ਜ਼ ਵੀ ਵਰਤੋਂ ਵਿੱਚ ਲਿਆ ਰਹੇ ਹਾਂ ਕਿ ਚੱਬਣਾ ਕੀ ਹੈ, ਜਾਂ ਲੰਘਾਉਣਾ ਕੀ ਹੈ, ਚਿੱਥਣਾ ਕੀ ਹੈ, ਪਪੋਲਣਾ ਕੀ ਹੈ। ਯਾਨੀ ਕਹਿਣ ਦਾ ਭਾਵ ਇਹ ਕਿ ਸਾਡਾ ਸਿਰਫ ਖਾਣਾ ਨਹੀਂ, ਉਹਨੂੰ ਅਲੱਗ-ਅਲੱਗ ਉਮਰ ਦੇ ਹਿਸਾਬ ਨਾਲ ਵੀ ਬੱਚੇ ਕਿਸ ਤਰ੍ਹਾਂ ਤੇ ਬਜ਼ੁਰਗ ਕਿਸ ਤਰ੍ਹਾਂ ਦੇ ਨਾਲ ਸਾਡੇ ਸ਼ਬਦ ਵਰਤੇ ਜਾਂਦੇ, ਬਦਲ ਜਾਂਦੇ ਨੇ। ਸੋ ਇਹ ਸ਼ਬਦ ਕੀ ਪੂਰਨ ਰੂਪ ਵਿੱਚ ਅੱਗੇ ਪਹੁੰਚ ਰਹੇ ਨੇ ਜਾਂ ਨਹੀਂ, ਇਹ ਸਿਰਫ ਪੰਜਾਬੀ ਨਹੀਂ ਕਿਸੇ ਵੀ ਜ਼ਬਾਨ ਤੇ ਇੱਕ ਤੇ ਇਹ ਲਾਗੂ ਹੁੰਦਾ ਜੇ ਕਿ ਕੀ ਪੂਰਨ ਰੂਪ ਵਿੱਚ ਇਹ ਜ਼ਬਾਨ ਅਗਲੀ ਪੁਸ਼ਤ ਤੱਕ ਜਾ ਰਹੀ ਹੈ ਜਾਂ ਨਹੀਂ। ਦੂਸਰਾ ਕਿ ਕੀ ਇਹ ਜ਼ਬਾਨ ਕਿੱਤਾ ਮੁਹੱਈਆ ਕਰਵਾਉਣ ਯੋਗ ਹੈ, ਯਾਨੀ ਇਹ ਜ਼ਬਾਨ ਬੋਲਣ ਵਾਲੇ ਨੂੰ ਉਨੀ ਮਾਣਮੱਤੀ ਨੌਕਰੀ ਮਿਲ ਰਹੀ ਹੈ ਜਿਹੜਾ ਇਸ ਜ਼ਬਾਨ ਤੇ ਰਿਸਰਚ ਕਰ ਰਿਹਾ ਜਾਂ ਨਹੀਂ। ਮਸਲਨ ਸਕੂਲਾਂ ਵਿੱਚ ਜਿਵੇਂ ਪੰਜਾਬ ਵਿੱਚ ਅੰਗਰੇਜ਼ੀ ਟੀਚਰ ਨੂੰ ਤਨਖਾਹ ਮਿਲਦੀ ਜੇ 10,000 ਤਾਂ ਪੰਜਾਬੀ ਟੀਚਰ ਨੂੰ 2,500। ਯਾਨੀ ਕਿੱਤਾ ਮੁਹੱਈਆ ਕਰਵਾਉਣ ਵਾਲੀ ਤਾਂ ਇਹ ਜ਼ਬਾਨ ਨਹੀਂ ਕਿ ਲੋਕ ਸਾਰੀਆਂ ਚੀਜ਼ਾਂ ਛੱਡ ਕੇ, ਰਿਸਰਚ ਵਰਕ ਛੱਡ ਕੇ ਕਹਿਣ ਮੈਂ ਸਿਰਫ ਇਹ ਜ਼ਬਾਨ ਨੂੰ ਅਗਾਂਹ ਤੋਰਨ ਲਈ ਕਰਨਾ ਹੈ ਤਾਂ ਕਿ ਮੇਰੀ ਰੋਟੀ ਦਾ ਜੁਗਾੜ ਬਣ ਸਕੇ। ਉਹ ਸਾਡੀ ਜ਼ਬਾਨ 'ਚ ਨਹੀਂ ਹੈ। ਤੀਜੀ ਚੀਜ਼, ਜਦੋਂ ਅਗਲੀ ਪੁਸ਼ਤ ਤੱਕ ਜ਼ਬਾਨ ਨੇ ਜਾਣਾ ਹੋਏ ਤਾਂ ਉਹਦੇ ਲਈ ਜ਼ਰੂਰੀ ਹੁੰਦਾ ਜੇ ਕਿ ਸਾਡੀ ਅਗਲੀ ਪੀੜ੍ਹੀ ਆਉਣ ਵਾਲੀ ਉਸੇ ਜ਼ਬਾਨ ਵਿੱਚ ਲਿਖ ਵੀ ਰਹੀ ਹੋਏ ਤੇ ਉਸ ਜ਼ਬਾਨ ਵਿੱਚ ਰਚਿਆ ਸਾਹਿਤ ਪੜ੍ਹ ਵੀ ਰਹੀ ਹੋਏ। ਯਾਨੀ ਜ਼ਬਾਨ ਸਿਰਫ ਬੋਲਣ ਤੱਕ ਸੀਮਤ ਨਾ ਹੋਏ, ਆਉਣ ਵਾਲੀ ਪੀੜ੍ਹੀ ਰਚੇ ਵੀ ਨਵਾਂ ਸਾਹਿਤ ਤੇ ਉਹ ਪੜ੍ਹਦੀ ਵੀ ਹੋਏ। ਸਾਡੇ ਬਹੁਤ ਸਾਰੇ ਇਸ ਵੇਲੇ ਵਿਕਸਿਤ ਦੇਸ਼ਾਂ ਵਿੱਚ ਸਾਡੇ ਜੋ ਬੈਠੇ ਨੇ ਪੰਜਾਬੀ, ਬੜੇ ਸੋਹਣੇ ਤਰੀਕੇ ਪੂਰੀ ਮਿਹਨਤ, ਹੱਡ ਭੰਨਵੀਂ ਮਿਹਨਤ ਨਾਲ ਉਹ ਆਪਣੀ ਰੋਜ਼ੀ ਰੋਟੀ ਦਾ ਵੀ ਜੁਗਾੜ ਕਰ ਰਹੇ ਨੇ, ਘਰਾਂ ਵਿੱਚ ਪੰਜਾਬੀ ਵੀ ਬੋਲ ਰਹੇ ਨੇ। ਉਹਨਾਂ ਦਾ ਇਹ ਮਕਸਦ ਇਹ ਹੈ ਕਿ ਅਸੀਂ ਹੋਂਦ ਦਰਸਾ ਸਕੀਏ। ਪਰ ਮੇਰਾ ਕਹਿਣ ਦਾ ਭਾਵ ਇਹ ਹੈ ਤੁਹਾਡੇ ਤੇ ਕਿਉਂਕਿ ਠੱਪਾ ਇੱਕ ਅਜਿਹਾ ਲੱਗਿਆ ਹੈ ਪੰਜਾਬੀ ਜ਼ਬਾਨ ਦਾ ਜਿਹੜਾ ਸਦੀਆਂ ਤੱਕ ਰਹਿਣਾ ਹੈ, ਭਾਵੇਂ ਤੁਸੀਂ ਕਿੰਨੇ ਹੀ ਅਗਾਂਹ ਵੱਧ ਜਾਓ ਕਿ ਪਿਛੋਕੜ ਇਹਨਾਂ ਦਾ ਪੰਜਾਬੀ ਸੀ। ਮਤਲਬ ਹੈ ਕਿ ਉਸ ਜ਼ਬਾਨ ਨਾਲ ਜੁੜਿਆ ਜੋ ਸੱਭਿਆਚਾਰ ਹੈ ਜਾਂ ਸਾਹਿਤ ਹੈ ਤੁਹਾਡੇ ਨਾਲ ਹੀ ਤੁਰਿਆ ਜਾਣਾ ਹੈ। ਪਰ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਅੰਗਰੇਜ਼ੀ 'ਚ ਕਰਕੇ ਸਮਝਣਾ ਪੈਂਦਾ ਹੈ ਤੇ ਜ਼ਾਹਰ ਅਸੀਂ ਕਿਸੇ ਹੋਰ ਤੇ ਡਿਪੈਂਡੈਂਟ ਆ ਕਿ ਉਹ ਸਾਨੂੰ ਕੀ ਉਹਦੇ ਵਿੱਚੋਂ ਪਹੁੰਚਾਉਣਾ ਚਾਹੇਗਾ, ਕੀ ਬਦਲ ਸਕਦਾ ਹੈ, ਕੀ ਤਰੋੜ ਮਰੋੜ ਸਕਦਾ ਹੈ ਤੇ ਕੀ ਸਾਬਤ ਸੂਰਤ ਸਾਨੂੰ ਉਹ ਚੀਜ਼ ਪਹੁੰਚ ਵੀ ਰਹੀ ਹੈ ਜਾਂ ਨਹੀਂ। ਸੋ ਇਹ ਵੀ ਜੇ ਆਪਾਂ ਪੁਆਇੰਟ ਨੋਟ ਕਰੀਏ ਤਾਂ ਬਹੁਤ ਥੋੜੇ ਬੱਚੇ ਨੇ ਜੋ ਸਾਹਿਤ ਰਚ ਰਹੇ ਹੋਣ, ਲਿਖ ਰਹੇ ਹੋਣ ਪੰਜਾਬੀ ਜ਼ਬਾਨ 'ਚ, ਜਾਂ ਰੋਜ਼ਾਨਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਪੜ੍ਹ ਵੀ ਰਹੇ ਹੋਣ। ਸੋ ਆਪਾਂ ਇਸ ਪੱਖੋਂ ਵੀ ਪਿਛਾਂਹ ਰਹਿ ਗਏ। ਜਿਸ ਤਰ੍ਹਾਂ ਆਪਾਂ ਮਤਲਬ ਕਿ ਹੁਣ ਬੋਲ ਲੈਣੀ ਇੱਕ ਹੋਰ ਗੱਲ ਹੈ, ਪਰ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰ ਲੈਣਾ, ਆਪਣੇ ਇਤਿਹਾਸ ਨੂੰ ਪੜ੍ਹਨਾ, ਜੇ ਉਹ ਆਪਾਂ ਪੜ੍ਹ ਨਹੀਂ ਸਕਦੇ ਤੇ ਆਪਾਂ ਪੰਜਾਬੀ ਦੇ ਵਿੱਚੋਂ ਬਹੁਤ ਕੁਝ ਗਵਾ ਰਹੇ ਹਾਂ। ਬਿਲਕੁਲ। ਤੇ ਜੇ ਆਪਾਂ ਊੜਾ ਤੇ ਜੂੜਾ ਗਵਾ ਲਿਆ ਤੇ ਉਹਦੇ ਨਾਲ ਕਹਿੰਦੇ ਵੀ ਧਰਮ ਤੇ ਪੰਜਾਬੀ ਦੋਵਾਂ ਨੂੰ ਉਹਨਾਂ ਤੇ ਖਤਰਾ ਜੇ। ਸੋ ਜੇ ਕਿਸੇ ਨੂੰ ਇਹ ਲੱਗ ਰਿਹਾ ਹੈ ਅੱਜ ਦੇ ਦਿਨ ਕਿ ਉਹਨਾਂ ਦਾ ਧਰਮ ਸੁਰੱਖਿਅਤ ਹੈ, ਸਾਡਾ ਸੱਭਿਆਚਾਰ ਸੁਰੱਖਿਅਤ ਹੈ, ਸਾਡੀ ਜ਼ਬਾਨ ਸੁਰੱਖਿਅਤ ਹੈ, ਤਾਂ ਇਹ WHO ਤੇ UNICEF ਵਾਲਿਆਂ ਨੇ ਵੀ ਕਿਹਾ ਹੈ ਕਿ ਭਾਈ ਜਾਗੋ ਖਤਰਾ ਹੈ
ਤੇ ਮੈਂ ਇਨ ਬਿਨੋ ਹਾਲਾਤ ਵੀ ਤੁਹਾਨੂੰ ਦੱਸ ਰਹੀ ਹਾਂ ਕਿ ਜਿੱਥੇ ਅੰਗਰੇਜ਼ੀ ਜ਼ਬਾਨ ਲਈ ਹਰ ਗਲੀ ਮੁਹੱਲੇ ਵਿੱਚ ਉਹਨਾਂ ਦੇ ਟੀਚਿੰਗ ਇਸ ਵੇਲੇ ਸਕੂਲਸ ਖੁੱਲੇ ਹੋਏ ਨੇ, ਆਈਲੈਟ ਸੈਂਟਰ ਖੁੱਲੇ ਹੋਏ ਨੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਜ਼ਬਾਨ ਤੋਂ ਕਿਨਾਰਾ ਕਰਨ ਲਈ ਲੋਕ ਜ਼ਿਆਦਾ ਤਿਆਰ ਨੇ ਬਸ਼ਰਤ ਬਨਿਸਬਤ ਕਿ ਉਹਨੂੰ ਅਪਣਾ ਲੈਣ। ਤੇ ਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਵਿੱਚ ਇਸ ਵੇਲੇ ਪੰਜਾਬੀ ਜ਼ਬਾਨ ਜੇ ਬੋਲ ਲਈ ਜਾਏ ਸਕੂਲਾਂ ਵਿੱਚ ਪੀਰੀਅਡਸ ਦੇ ਵਿੱਚ ਤਾਂ ਫਾਈਨ ਲਾਇਆ ਜਾਂਦਾ ਹੈ। ਯਾਨੀ ਇੰਨੀ ਕੀ ਆਖਾਂ ਮੈਂ, ਬੇਗੈਰਤ ਹੋ ਚੁੱਕੇ ਨੇ ਹਾਲਾਤ ਕਿ ਤੁਸੀਂ ਜ਼ਬਾਨ ਨੂੰ ਬੋਲਣ ਤੇ ਵੀ ਫਾਈਨ ਲੱਗਦਾ ਹੋਏ ਤੇ ਕਿਹੜੇ ਪੱਖੋਂ ਅਸੀਂ ਕਹਿ ਰਹੇ ਹਾਂ ਕਿ ਇਹ ਜ਼ਬਾਨ ਅਗਾਂਹ ਫੁੱਲੇਗੀ, ਵਧੇ ਫੁੱਲੇਗੀ। ਪਰ ਉਹ ਜਿੰਨਾਂ ਸਕੂਲਾਂ ਦੇ ਵਿੱਚ ਇਹ ਫਾਈਨ ਲੱਗਦੇ ਨੇ, ਉਹਨਾਂ ਸਕੂਲਾਂ ਵਿੱਚ ਸਾਡੇ ਵੀਰ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਮਾਣ ਮਹਿਸੂਸ ਕਰਦੇ ਨੇ। ਤੇ ਉੱਥੇ ਉਹਨਾਂ ਦੀ ਮਜਬੂਰੀ ਵੀ ਇੱਕ ਮੈਂ ਕਹਿੰਦਾ ਡਾਕਟਰ ਸਾਹਿਬ ਬਣ ਜਾਂਦੀ ਹੈ ਕਿ ਜਿਹੜੇ ਹੁਣ ਸਰਕਾਰੀ ਸਕੂਲ ਨੇ ਜਿੱਥੇ ਥੋੜੀ ਬਹੁਤੀ ਪੰਜਾਬੀ ਨੂੰ ਅਹਿਮੀਅਤ ਦਿੱਤੀ ਵੀ ਜਾਂਦੀ ਹੈ, ਉਹਨਾਂ ਦੇ ਵਿੱਚ ਕੋਈ ਲੈਵਲ ਹੀ ਨਹੀਂ ਰਹਿ ਗਿਆ, ਉੱਥੇ ਟੀਚਰ ਹੀ ਹੈ ਨਹੀਂ, ਉਹ ਬੱਚਿਆਂ ਨੂੰ ਪੜ੍ਹਾਉਣ ਵੀ ਕਿੱਥੇ, ਹੈ ਨਾ। ਬਿਲਕੁਲ ਠੀਕ ਹੈ ਜੀ, ਪਰ ਗੱਲ ਇਹ ਹੈ ਕਿ ਇਹ ਇੰਨੇ ਮਾਰੂ ਹਮਲੇ ਨੇ ਇਸ ਜ਼ਬਾਨ ਤੇ, ਜਿਹੜੀ ਕਿ ਅੰਗਰੇਜ਼ੀ ਜ਼ਬਾਨ ਤੋਂ ਵੀ ਲਗਭਗ ਤੁਸੀਂ ਹਿਸਾਬ ਲਾ ਲਓ ਕਿ 800-900 ਵਰੇ ਪੁਰਾਣੀ ਹੈ, ਜੋ ਬਾਬਾ ਫਰੀਦ ਦੇ ਸਮੇਂ ਦੀ, ਜਦੋਂ ਕਿ ਅੰਗਰੇਜ਼ੀ ਦਾ ਪੋਇਟ ਜੋ ਪਹਿਲਾਂ ਅਸੀਂ ਕਹਿੰਦੇ ਹਾਂ ਹੋਂਦ ਵਿੱਚ ਆਇਆ ਤਾਂ 800 ਵਰੇ ਬਾਅਦ ਚ ਆਇਆ। ਯਾਨੀ ਇੰਨੇ ਹਮਲੇ ਇਹ ਜ਼ਬਾਨ ਨੇ ਝੱਲੇ ਨੇ ਕਿ ਜੇ ਆਪਾਂ ਅੱਜ ਦੇ ਦਿਨ ਜਗਾ ਦਈਏ ਆਪਣੇ ਸਾਰੇ ਲੋਕਾਂ ਨੂੰ ਕਿ ਇਹ ਮਾਰੂ ਪੱਖ ਨੇ ਜਿਨ੍ਹਾਂ ਤੋਂ ਆਪਾਂ ਬਚਣਾ ਜੇ, ਤਾਂ ਕੋਈ ਵੱਡੀ ਗੱਲ ਨਹੀਂ ਕਿ ਪੰਜਾਬੀ ਜ਼ਬਾਨ ਹਮਲਾ ਮਾਰ ਕੇ ਫਿਰ ਉਤਲੀਆਂ ਜ਼ਬਾਨਾਂ ਤੇ ਪਹੁੰਚੇਗੀ। ਡਾਕਟਰ ਸਾਹਿਬ ਬਹੁਤ ਮੇਰੇ ਖਿਆਲ ਤੁਸੀਂ ਵਧੀਆ ਗੱਲ ਕੀਤੀ, ਤੇ ਮੈਂ ਇਹ ਮਹਿਸੂਸ ਕਰਦਾ ਕਿ ਸਾਡੇ ਸਰੋਤਿਆਂ ਨੂੰ ਇਹ ਜ਼ਰੂਰ ਚਾਹੀਦਾ ਕਿ ਆਪਣੀ ਬੋਲੀ ਨੂੰ, ਆਪਣੇ ਸੱਭਿਆਚਾਰ ਨੂੰ ਬਚਾਉਣ ਦੇ ਲਈ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣ, ਕਿਉਂਕਿ ਮਸਲੇ ਬਹੁਤ ਹੀ ਗੰਭੀਰ ਨੇ ਤੇ ਹਰ ਇੱਕ ਮਸਲੇ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਜਿਹਦੇ ਨਾਲ ਸਾਡਾ ਧਰਮ, ਸਾਡਾ ਸੱਭਿਆਚਾਰ, ਸਾਡਾ ਕਲਚਰ, ਸਾਡੀ ਬੋਲੀ ਉਹ ਬਚ ਸਕੇ। ਬੇਸ਼ੱਕ ਅਸੀਂ ਵਿਦੇਸ਼ਾਂ ਦੇ ਵਿੱਚ ਆ ਗਏ ਹਾਂ, ਪਰ ਸਾਡਾ ਜਿਹੜਾ ਉੱਥੋਂ ਦੀ ਮਿੱਟੀ ਨਾਲ ਮੋਹ ਹੈ ਉਹ ਜ਼ਰੂਰ ਅਟੁੱਟ ਹੈ। ਬਿਲਕੁਲ। ਤੇ ਜਿੱਦਾਂ ਹੁਣ ਡਾਕਟਰ ਸਾਹਿਬ ਗੱਲ ਕਰ ਰਹੇ ਹਾਂ, ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬੀਅਤ ਦੀ ਗੱਲ ਕਰ ਰਹੇ ਹਾਂ, ਅੱਜ ਕੱਲ ਪੰਜਾਬ ਦੇ ਹਾਲਾਤ ਕਿੱਦਾਂ ਦੇ ਨੇ? ਜਿੱਦਾਂ ਅੱਜ ਕੱਲ ਬਹੁਤ ਜ਼ਿਆਦਾ ਇਹ ਹੈ ਕਿ ਪੰਜਾਬ ਸਭ ਤੋਂ ਅੱਗੇ ਚਲੇ ਗਿਆ ਨਸ਼ਿਆਂ ਦੇ ਵਿੱਚ, ਉਹਦੇ ਬਾਰੇ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਓ। ਹਾਂਜੀ, ਬਿਲਕੁਲ ਹਕੀਕਤ ਕਿ ਪੰਜਾਬ ਦੇ ਅੰਦਰ ਜਿੰਨਾ ਨਸ਼ਾ ਇਸ ਵੇਲੇ ਹੈ ਤੇ ਸਹੀ ਮਾਇਨਿਆਂ ਵਿੱਚ ਬਹੁਤ ਜਣੇ ਕਹਿ ਰਹੇ ਨੇ ਕਿ 6ਵਾਂ ਦਰਿਆ ਇੱਕ ਵਗ ਤੁਰਿਆ ਹੈ ਨਸ਼ੇ ਦਾ, ਤੇ ਸਹੀ ਮਾਇਨੇ ਨੇ ਵਿੱਚ ਇਹ ਵਾਕਈ ਇਹੀ ਹਾਲ ਹੈ ਜਿੱਥੇ ਛੋਟੇ ਬੱਚੇ, ਯਾਨੀ ਤੁਸੀਂ ਅੰਦਾਜ਼ਾ ਲਾ ਲਓ ਕਿ 8-9 ਵਰਿਆਂ ਦੇ ਬਾਲ ਤੋਂ ਲੈ ਕੇ ਤੇ 35-36 ਵਰਿਆਂ ਦੇ ਜਿਹੜੇ ਨੌਜਵਾਨ ਤੱਕ ਸਾਰੇ ਦੇ ਸਾਰੇ ਨਸ਼ਿਆਂ ਵਿੱਚ ਗ੍ਰਸਤ। ਸਾਰੇ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਬਹੁਤ ਗਿਣਤੀ ਜਿਹਦੇ ਵਿੱਚ 73% ਨਸ਼ੇੜੀ ਜੇ ਹੋਣ ਤਾਂ ਬਹੁਤ ਥੋੜੇ ਨੇ, 27% ਜਿਹੜੇ ਇਸ ਤੋਂ ਕਿਨਾਰਾ ਕਰੀ ਬੈਠੇ ਨੇ। ਤੇ ਉਹਨਾਂ ਵਿੱਚ ਵੀ ਜਦੋਂ ਬਹੁਤ ਗਿਣਤੀ ਨੌਜਵਾਨ ਪੀੜ੍ਹੀ ਆ ਜਾਏ ਜਾਂ ਛੋਟੀ ਪੀੜ੍ਹੀ, ਤਾਂ ਉਹ ਜਿੰਨੀ ਜਲਦੀ ਛੋਟੀ ਉਮਰ 'ਚ ਨਸ਼ਾ ਕੀਤਾ ਜਾਏ ਉਹਦੇ ਵਿੱਚ ਉਹਨਾਂ ਨਪੁੰਸਕ ਹੋਣ ਦੇ ਜ਼ਿਆਦਾ ਆਸਾਰ ਹੁੰਦੇ ਨੇ, ਕਿਉਂਕਿ ਉਹ ਸਪਰਮ ਕਾਊਂਟ ਡੈਮੇਜ ਕਰ ਦਿੰਦਾ ਹੈ। ਇਸੇ ਤਰ੍ਹਾਂ ਜੋ ਨਸ਼ੇ ਵਿੱਚ ਪਈ ਔਰਤ ਹੋਊਗੀ ਜਾਂ ਬੱਚੀ ਜਿਹੜੀ ਛੋਟੀ ਉਮਰ ਵਿੱਚ ਪੈ ਗਈ, ਉਹਦੇ ਵੀ ਅੱਗੋਂ ਐਬਨੋਰਮਲ ਚਾਈਲਡ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਜੇ, ਜਾਂ ਮੰਦਬੁੱਧ ਬੱਚੇ ਪੈਦਾ ਹੋ ਸਕਦੇ ਨੇ, ਜੋ ਕਿ ਪੰਜਾਬੀਆਂ ਲਈ ਇੱਕ ਖਤਰਨਾਕ ਰੁਝਾਨ ਹੈ, ਕਿਉਂਕਿ ਇੰਨੀ ਵੱਡੀ ਮਾਤਰਾ ਵਿੱਚ ਨਪੁੰਸਕ ਨੌਜਵਾਨ ਸਮਝ ਸਕਦੇ ਹੋ ਕਿ ਸਾਡੀ ਆਉਣ ਵਾਲੀ ਪੌਦ ਲਈ ਖਤਰਾ ਹੈ। ਤੇ ਜਿੱਥੇ ਸਾਡੇ ਇਸ ਤਰ੍ਹਾਂ ਦੀਆਂ ਮਾਵਾਂ ਜੋ ਬਣਨਗੀਆਂ ਨਸ਼ੇ ਵਿੱਚ ਗ੍ਰਸਤ, ਜਿਨ੍ਹਾਂ ਦੇ ਬੱਚੇ ਨਾਰਮਲ ਨਾ ਹੋਣਗੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਭਾਰੀ ਖਤਰਾ ਇਸ ਵੇਲੇ ਪੰਜਾਬ ਤੇ ਹੈ, ਜਿਹਦੇ ਲਈ ਹਰ ਬੰਦੇ ਨੂੰ ਖੜੇ ਹੋਣਾ ਪਏਗਾ, ਕਿਉਂਕਿ ਲਗਭਗ 68% ਅਜਿਹੇ ਘਰ ਨੇ ਜੇ ਅਸੀਂ ਪੰਜਾਬ ਵਿੱਚ ਦੇਖੀਏ ਜਿਨ੍ਹਾਂ 'ਚ ਇੱਕ ਅੱਧ ਬੰਦਾ ਜ਼ਰੂਰ ਨਸ਼ੇ ਵਿੱਚ ਗ੍ਰਸਤ ਹੈ, ਤੇ ਜਿਨ੍ਹਾਂ ਵਿੱਚ 17.5% ਕੁੜੀਆਂ ਵੀ ਹੋਣ, ਤਾਂ ਤੁਸੀਂ ਸਮਝ ਸਕਦੇ ਹੋ ਕਿੰਨੀ ਖਤਰਨਾਕ ਇਸ ਵੇਲੇ ਸਾਡੇ ਮਿਲ ਰਹੇ ਇਸ ਵੇਲੇ ਜੋ ਰੁਝਾਨ ਦਿਸ ਰਿਹਾ ਹੈ, ਜਿਹਦੇ ਵਿੱਚ ਵੇਲੇ ਸਿਰ ਨਾ ਅਸੀਂ ਰੁਕੇ ਤਾਂ ਜਿਹੜੀ ਏਡਜ਼ ਦੀ ਬਿਮਾਰੀ ਇਹਨਾਂ ਨੂੰ ਹੋ ਰਹੀ ਹੈ ਇਹਦੇ ਰਾਹੀਂ ਨਸ਼ੇ ਦੇ ਟੀਕੇ ਲਾਉਣ ਨਾਲ, ਜਿੱਥੇ ਸਾਰੀ ਦੁਨੀਆ ਵਿੱਚੋਂ ਗਿਣਤੀ 9% ਹੈ, ਉੱਥੇ ਅੰਮ੍ਰਿਤਸਰ ਵਿੱਚ 30% ਦਾ ਸਮਝ ਲਓ ਕਿ ਜਿੰਨੇ ਵੀ ਨਸ਼ੇੜੀ ਨਸ਼ੇ ਦੇ ਟੀਕੇ ਨਸਾਂ ਵਿੱਚ ਲਾ ਰਹੇ ਨੇ ਉਹਨਾਂ 'ਚ 1/3 ਏਡਜ਼ ਲਈ ਬੈਠੇ ਨੇ। ਜਦੋਂ ਉਹ ਬਲੱਡ ਡੋਨੇਟ ਕਰਦੇ ਨੇ ਉਹਦੇ 'ਚ ਨਿਕਲ ਰਹੀ ਹੈ ਏਡਜ਼ ਪੋਜ਼ਿਟਿਵ, ਅਸੀਂ ਉਹ ਸੁੱਟ ਰਹੇ ਹਾਂ ਖੂਨ। ਤੇ ਇਹ ਤੁਸੀਂ ਆਪ ਫੈਸਲਾ ਕਰੋ ਕਿ ਹੁਣ ਵਾਕਈ ਇਹ 6ਵਾਂ ਦਰਿਆ ਕਿਹਾ ਜਾ ਸਕਦਾ ਹੈ ਜਾਂ ਨਹੀਂ।
ਤੇ ਜੇ ਨੌਜਵਾਨ ਨਾ ਸਾਡੇ ਰਹੇ ਤੇ ਆਉਣ ਵਾਲੀ ਪੌਦ ਕੀ ਸਾਡੇ ਰਹੇਗੀ ਤੇ ਕੀ ਸਾਡਾ ਅੱਗੋਂ ਸੱਭਿਆਚਾਰ ਬਚਣਾ ਹੈ। ਡਾਕਟਰ ਸਾਹਿਬ, ਜਿੱਦਾਂ ਨਸ਼ੇ ਦੀ ਜਦੋਂ ਗੱਲ ਚੱਲਦੀ ਹੈ, ਜਦੋਂ ਵੀ ਨਸ਼ਾ ਬਾਰਡਰ ਤੇ ਸਿਕਿਉਰਿਟੀ ਫੋਰਸ ਵਾਲੇ ਫੜਦੇ ਨੇ ਤਾਂ ਹਮੇਸ਼ਾ ਜਿਹੜੇ ਉੱਥੋਂ ਦੇ ਪੋਲੀਟੀਸ਼ੀਅਨ ਨੇ ਜਾਂ ਉੱਥੋਂ ਦਾ ਪੁਲਿਸ ਡਿਪਾਰਟਮੈਂਟ ਹੈ, ਉਹ ਸਾਡੇ ਗੁਆਂਢੀ ਦੇਸ਼ ਦੇ ਉੱਪਰ ਉਂਗਲ ਚੁੱਕ ਦਿੰਦਾ। ਹੋਰ ਵੀ ਮਤਲਬ ਕਿ ਜਿਹੜੀਆਂ ਸਟੇਟਾਂ ਨੇ ਉੱਥੇ ਬਾਰਡਰ ਦੇ ਲਾਗੇ ਨੇ, ਗੁਜਰਾਤ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਨੇ, ਉਹਨਾਂ ਦੇ ਵਿੱਚ ਇਹ ਨਸ਼ੇ ਦਾ ਰੁਝਾਨ ਨਹੀਂ, ਸਿਰਫ ਪੰਜਾਬ ਦੇ ਵਿੱਚ ਹੀ ਇਹ ਨਸ਼ੇ ਨੂੰ ਮਤਲਬ ਕਿ ਜ਼ਿਆਦਾ ਕਿਉਂ ਵਧਾਵਾ ਮਿਲ ਰਿਹਾ, ਜਦ ਕਿ ਸਟੇਟ ਗਵਰਨਮੈਂਟ ਦੀ ਇਹ ਰਿਸਪੌਂਸਿਬਿਲਿਟੀ ਬਣਦੀ ਆਪਣੇ ਜਿਹੜੇ ਉੱਥੋਂ ਦੇ ਵਸਿੰਦੇ ਨੇ ਉਹਨਾਂ ਨੂੰ ਸੇਫ ਰੱਖਣ ਦੀ, ਪਰ ਸਟੇਟ ਗਵਰਨਮੈਂਟ ਹੀ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਤੇ ਸੁੱਟ ਦਿੰਦੀ ਹੈ। ਜੇ ਸਟੇਟ ਵਾ ਉਹ ਸੈਂਟਰ ਤੇ ਸੁੱਟ ਦੂਗੀ, ਸੈਂਟਰ ਬਾਰਡਰ ਤੇ ਸੁੱਟ ਦੂਗਾ। ਇਹ ਜਿਹਾ ਕਿਉਂ ਹੋ ਰਿਹਾ? ਦਰਅਸਲ ਬੜਾ ਸੌਖਾ ਹੁੰਦਾ ਜੇ ਜਦੋਂ ਕਿਨਾਰਾ ਕਰਨਾ ਹੋਏ ਕਿਸੇ ਫਰਜ਼ ਤੋਂ ਤੇ ਕਹਿ ਦਈਦਾ ਜੇ ਇਹਦਾ ਕਸੂਰਵਾਰ ਕੋਈ ਹੋਰ ਹੈ ਤੇ ਸਾਨੂੰ ਕੰਮ ਨਾ ਕਰਨਾ ਪਏਗਾ। ਸੋ ਇਹ ਆਮ ਹੈ, ਹਰ ਇਨਸਾਨ ਦੀ ਇਹੀ ਤਰੀਕਾ ਹੈ ਕਿ ਆਪਣੇ ਗਲੋਂ ਅਸੀਂ ਇਹ ਜ਼ਿੰਮੇਵਾਰੀ ਲਾ ਸੁੱਟੀਏ। ਦਰਅਸਲ ਜਿੰਨੀ ਕੁ ਬੇਰੁਜ਼ਗਾਰੀ ਇਸ ਵੇਲੇ ਸਾਡੇ ਉੱਥੇ ਪੰਜਾਬ ਵਿੱਚ ਹੈ, ਉਹ ਮਜਬੂਰ ਕਰ ਦਿੰਦੀ ਹੈ ਕਿ ਜਿਹੜੇ ਤੁਸੀਂ ਕਰਜ਼ੇ ਲੈ ਕੇ ਪੜ੍ਹੇ ਨੇ ਜਾਂ ਲੱਖਾਂ ਰੁਪਏ ਲਾ ਕੇ ਡਿਗਰੀਆਂ ਹਾਸਲ ਕਰਕੇ ਜਦੋਂ ਕਈ ਸੁਪਨੇ ਉਹ ਲੈ ਕੇ ਨਿਕਲਦੇ ਨੇ ਜ਼ਿੰਦਗੀ ਹੁਣ ਸ਼ੁਰੂ ਕਰਨ ਲਈ ਕਿ ਅਸੀਂ ਵਿਆਹ ਕਰਾਉਣਾ ਹੈ ਜਾਂ ਅੱਗੋਂ ਹੁਣ ਕਮਾਈ ਸ਼ੁਰੂ ਕਰਾਂਗੇ, ਪਿਓ ਦਾ ਕਰਜ਼ਾ ਲਾਵਾਂਗੇ, ਤਾਂ ਉਸ ਸਮੇਂ ਉਹਨਾਂ ਨੂੰ ਦਿਸਦੀ ਹੈ ਟੋਟਲ ਬੇਰੁਜ਼ਗਾਰੀ, ਜਿਹਦੇ 'ਚ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਪੜ੍ਹ ਲਿਖ ਗਏ, ਹੁਣ MA ਕਰ ਲਈ ਜਾਂ PhD ਕਰ ਲਈ, ਆਓ ਜੀ ਹੁਣ ਤੁਸੀਂ ਝਾੜੂ ਪੋਚੇ ਲਾ ਲਓ, ਕਲਰਕ ਬਣ ਜਾਓ, ਰਿਕਸ਼ਾ ਚਲਾ ਲਓ। ਤਾਂ ਉਹ ਮੌਕਾ ਹੁੰਦਾ ਜੇ ਜਦੋਂ ਸੁਪਨੇ ਟੁੱਟਦੇ ਨੇ ਬੰਦੇ ਨੂੰ, ਤਾਂ ਉਹਨੂੰ ਕੋਈ ਸਹਾਰਾ ਚਾਹੀਦਾ ਹੁੰਦਾ ਹੈ। ਫਿਰ ਉਹਨੂੰ ਦਿਸਦਾ ਹੈ ਕਿ ਇਸ ਪਾਸੇ ਵੱਲ ਮੈਨੂੰ ਛੇਤੀ ਪੈਸੇ ਵੀ ਬਣਦੇ ਨੇ, ਜਾਂ ਮੈਂ ਫਿਰ ਆਪਣਾ ਜੋ ਮੈਨੂੰ ਢਹਿੰਦੀ ਕਲਾ ਵਿੱਚ ਜਾ ਰਿਹਾ ਮੈਂ ਉਹਨੂੰ ਦੂਰ ਕਰਨ ਲਈ ਨਸ਼ਿਆਂ ਵੱਲ ਪਾਵਾਂ। ਸੋ ਇਹ ਇੱਕ ਤਾਂ ਰੁਝਾਨ ਬੜਾ ਤਗੜਾ ਹੈ, ਜਿਸ ਕਾਰਨ ਬਹੁਤ ਸਾਰੇ ਨੌਜਵਾਨ ਜੋ ਟੁੱਟ ਚੁੱਕੇ ਨੇ ਜ਼ਿੰਦਗੀ ਤੋਂ ਇਸ ਪਾਸੇ, ਤੇ ਉਹਨਾਂ ਨੂੰ ਸਹਾਰਾ ਕਿਤੋਂ ਨਹੀਂ ਜੋ ਉਹਨਾਂ ਨੂੰ ਖੜਾ ਕਰ ਸਕੇ। ਠੀਕ ਡਾਕਟਰ ਸਾਹਿਬ, ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਜਿਹੜੇ ਨੌਜਵਾਨ ਇੱਦਾਂ ਮਤਲਬ ਕਿ ਨੀਵੇਂ ਪੱਧਰ ਵੱਲ ਜਾਂਦੇ ਨੇ, ਉਹਨਾਂ ਨੇ ਆਪਣੀਆਂ ਆਸਾਂ ਤੇ ਆਪਣੀਆਂ ਜ਼ਰੂਰਤਾਂ ਲੋੜ ਤੋਂ ਜ਼ਿਆਦਾ ਵਧਾ ਲਈਆਂ ਨੇ? ਬਿਲਕੁਲ, ਕਿਉਂਕਿ ਕਈ ਹੁਣ ਜੋ ਦੇਖਣ ਵਿੱਚ ਆਇਆ ਕਿ ਪਿੰਡਾਂ ਦੇ ਜੋ ਬੱਚੇ ਜਿਨ੍ਹਾਂ ਦਾ ਇੱਕੋ ਇੱਕ ਹੈ ਵੀ ਮੈਂ ਕੈਨੇਡਾ ਪਹੁੰਚਣਾ ਤੇ ਡਾਲਰ ਲਾ ਕੇ ਲੈ ਆਣੇ ਨੇ, ਤਾਂ ਉਹਨਾਂ ਨੇ ਪਿਓ ਦੇ ਜੋ ਬਜ਼ੁਰਗ ਪਿਓ ਆ ਦੇ ਸੰਗ ਤੇ ਅੰਗੂਠਾ ਨੱਪ ਦਿੰਦੇ ਨੇ ਕਿ ਸਾਰੀ ਜ਼ਮੀਨ ਵੀ ਵੇਚ, ਜਾਇਦਾਦ ਵੇਚ ਤੇ ਮੈਨੂੰ ਬਾਹਰ ਜਾਣ ਦਾ ਕਰ। ਤੇ ਜਦੋਂ ਬਾਹਰ ਨਹੀਂ ਜਾ ਸਕਦੇ ਜਾਂ ਕੋਈ ਅੜਚਨ ਆ ਜਾਂਦੀ ਹੈ ਜਾਂ ਜਿਹੜਾ ਵੀ ਗਲਤ ਤਰੀਕਾ ਅਪਣਾਉਣਾ ਚਾਹੁੰਦੇ ਨੇ ਨਹੀਂ ਪੂਰਾ ਹੁੰਦਾ, ਤਾਂ ਫਿਰ ਉਹ ਇਸ ਪਾਸੇ ਵੱਲ ਨੂੰ ਤੁਰ ਪੈਂਦੇ ਨੇ, ਯਾਨੀ ਘਰ-ਬਾਰ ਵੀ ਵਿਕਿਆ। ਤੇ ਇਹਦੇ ਨਾਲੋਂ ਨਾਲ ਕੁਝ ਆਪਣੇ ਦੋਸਤਾਂ ਮਿੱਤਰਾਂ 'ਚ ਸ਼ਾਨ ਦਿਖਾਉਣ ਲਈ ਜਾਂ ਉਹਨਾਂ ਦੇ ਬਰਾਬਰ ਆਉਣ ਲਈ ਕਿ ਤੁਸੀਂ ਅਮੀਰਜ਼ਾਦੇ ਹੋ ਕੇ ਲੈ ਸਕਦੇ ਹੋ ਤੇ ਅਸੀਂ ਵੀ ਇਹ ਲੈ ਕੇ ਦਿਖਾਉਂਦੇ ਹਾਂ। ਸੋ ਪੀਅਰ ਪ੍ਰੈਸ਼ਰ ਜੋ ਬਹੁਤ ਜ਼ਿਆਦਾ ਇਸ ਵੇਲੇ ਸ਼ੁਰੂ ਹੋਇਆ ਹੋਇਆ ਕਿ ਵੱਡੀ ਪੱਧਰ ਤੇ ਕਾਲਜਾਂ ਸਕੂਲਾਂ ਵਿੱਚ ਇਸ ਵੇਲੇ ਜੋ ਅਮੀਰਜ਼ਾਦੇ ਸ਼ੁਰੂ ਕਰਦੇ ਨੇ ਕਿ ਅਸੀਂ ਇਸ ਲੈਵਲ ਦੀ ਇਸ ਬ੍ਰਾਂਡ ਦੀ ਪੀ ਰਹੇ ਹਾਂ, ਸੋ ਉਹਨਾਂ ਦੇ ਬਰਾਬਰ ਦਿਖਣ ਲਈ ਆਪਣੇ ਆਪ ਨੂੰ ਉੱਚਾ ਵਿਖਾਉਣ ਦੇ ਚੱਕਰ ਵਿੱਚ ਵੀ ਮੇਰੀ ਖਿੱਲੀ ਨਾ ਉੱਡ ਜਾਏ, ਬਹੁਤ ਸਾਰੇ ਇਸ ਵੇਲੇ ਨੌਜਵਾਨ ਨੇ ਜੋ ਧੱਕੇਸ਼ਾਹੀ ਇਸ ਪਾਸੇ ਮੁੜ ਜਾਂਦੇ ਨੇ। ਸੋ ਉਹ ਇਸ ਪਾਸੇ ਅਪਣਾਉਣ ਲੱਗ ਪਏ ਨੇ, ਪਰ ਵੱਡੀ ਘਾਟ ਇਹ ਹੈ ਕਿ ਇਹਨਾਂ ਨੂੰ ਸੇਧ ਦੇਣ ਵਾਲਾ ਕੋਈ ਨਹੀਂ ਦੁਨੀਆ 'ਚ ਕਿਤੇ ਵੀ। ਜਦੋਂ ਨਸ਼ੇ ਵੱਲ ਤਾਂ ਹੀ ਲੋਕ ਮੁੜਦੇ ਨੇ ਕਿ ਉਹਨਾਂ ਨੂੰ ਜ਼ਿੰਦਗੀ ਦਾ ਏਮ ਨਹੀਂ ਦਿਸਦਾ ਜਦੋਂ, ਤੇ ਸਾਡੇ ਉਹ ਏਮ ਦਿਖਾਉਣ ਲਈ ਜਾਂ ਕੋਈ ਰਸਤਾ ਦਿਖਾਉਣ ਲਈ ਸਾਡੀ ਕੋਈ ਸੰਸਥਾ ਹੈ ਹੀ ਨਹੀਂ। ਸੋ ਇੱਕੋ ਇੱਕ ਨਿਵਾਣ ਵਾਲਾ ਹੀ ਹਿੱਸਾ ਉਹਨਾਂ ਨੂੰ ਦਿਸਦਾ ਹੈ ਜਾਂ ਵਤਨੋਂ ਪਾਰ ਉਡਾਰੀ ਮਾਰ ਜਾਣ ਦਾ ਹੋਰ ਕੋਈ ਰਸਤਾ ਹੀ ਨਹੀਂ ਦਿਸਦਾ। ਪਰ ਡਾਕਟਰ ਸਾਹਿਬ, ਜਿੱਦਾਂ ਉੱਥੇ ਅੱਜ ਕੱਲ੍ਹ ਬਹੁਤ ਸਾਰੀਆਂ NGO ਨੇ ਜਿਨ੍ਹਾਂ ਨੇ ਨਸ਼ਾ ਛਡਾਓ ਕੇਂਦਰ ਖੋਲ੍ਹੇ ਨੇ, ਨਸ਼ਾ ਛਡਾਓ ਸੰਸਥਾ ਖੋਲ੍ਹੀਆਂ ਨੇ, ਉਹਦੇ ਵਿੱਚ ਵੀ ਜਦੋਂ ਅਸੀਂ ਬਰੀਕੀ ਨਾਲ ਦੇਖਦੇ ਹਾਂ ਤੇ ਉਹਨਾਂ ਦੀ ਆਊਟਪੁੱਟ ਕੋਈ ਬਹੁਤ ਹੀ ਜ਼ਿਆਦਾ ਨਹੀਂ ਲੱਗਦੀ ਕਿ ਉਹ ਵਾਕਈ ਕਿ ਨਸ਼ਾ ਛਡਾਉਂਦੇ ਨੇ ਕਿ ਸਿਰਫ ਗੌਰਮੈਂਟ ਕੋਲ ਫੰਡਿੰਗ ਇਕੱਠੀ ਕਰਨ ਲਈ ਜਾਂ ਲੋਕਾਂ ਕੋਲੋਂ ਇੱਕ ਰੁਜ਼ਗਾਰ ਜਿਹਾ ਨਾ ਬਣਾ ਲਿਆ, ਇਹਦੇ ਲਈ ਨਸ਼ਾ ਛਡਾਓ ਸੰਸਥਾ ਖੋਲ੍ਹਤੇ ਉਹਨਾਂ ਨੇ। ਜੀ ਤੁਸੀਂ ਇੱਥੋਂ ਹਿਸਾਬ ਲਾ ਲਿਓ ਕਿ ਜਦੋਂ ਕਿਸੇ ਨੇ ਨਸ਼ਾ ਛਡਾਊ ਸੈਂਟਰ ਵਿੱਚ ਐਡਮਿਟ ਹੋਣਾ ਹੁੰਦਾ ਜੇ, ਤੇ ਕਈ ਸੈਂਟਰ ਐਡਵਾਂਸ ਵਿੱਚ 1.5 ਲੱਖ ਰੁਪਇਆ ਲੈਂਦੇ ਨੇ ਸਿਰਫ ਦਾਖਲਾ ਦੇਣ ਲਈ। ਸੋ ਇੱਕ ਤਰੀਕੇ ਬਹੁਤ ਸਾਰੇ ਸੈਂਟਰ ਤਾਂ ਸਗੋਂ ਨਸ਼ੇ ਦਾ ਜੁਗਾੜ ਕਰਨ ਦਾ ਕੇਂਦਰ ਬਣੇ ਪਏ ਨੇ ਬਜਾਏ ਕਿ ਛੁਡਾਉਣ ਲਈ। ਜ਼ਾਹਰ ਹੈ ਕਿ ਫੰਡਸ ਉਹਦੇ ਲਈ ਉੱਪਰੋਂ ਆਉਣੇ ਨੇ ਤੇ ਉਹ ਕਿਸ ਤਰ੍ਹਾਂ ਖੁਰਦ-ਬੁਰਦ ਹੁੰਦੇ ਨੇ, ਮੇਰਾ ਖਿਆਲ ਮੈਨੂੰ ਦੱਸਣ ਦੀ ਵੀ ਲੋੜ ਨਹੀਂ, ਲੋਕ ਜ਼ਿਆਦਾ ਸਮਝਦਾਰ ਨੇ ਕਿ ਜਿੰਨਾ ਅਸੀਂ ਵੱਧ ਇਹ ਦਰਸਾਵਾਂਗੇ ਕਿ ਪੰਜਾਬ ਨਸ਼ੇ ਵਿੱਚ ਗ੍ਰਸਤ ਹੈ, ਉਨੀਆਂ ਹੀ ਵਿਸ਼ਵ ਪੱਧਰ ਦੀਆਂ ਜਿਹੜੀਆਂ ਹੈਗੀਆਂ ਨੇ ਸੰਗਠਨਾਂ ਉਹ ਜ਼ਿਆਦਾ ਦੇਣਗੀਆਂ ਪੈਸੇ ਕਿ ਇੱਥੇ
ਲੋੜ ਹੈ ਇਸ ਵੇਲੇ ਨਸ਼ਾ ਛਡਾਉਣ ਵਾਲੇ ਸੈਂਟਰਾਂ ਦੀ, ਉਨੇ ਉਹ ਸੈਂਟਰ ਵੱਧ ਬਣਨਗੇ, ਉਨੀ ਹੋਰ ਏਡ ਆਏਗੀ। ਤੇ ਪਰ ਉਹ ਨਸ਼ਾ ਛਡਾਊ ਕੇਂਦਰਾਂ 'ਚ ਇਸ ਵੇਲੇ ਤੇ ਮੈਂ ਦੱਸ ਦਿਆਂ ਬਹੁਤਿਆਂ ਕੇਂਦਰਾਂ ਵਿੱਚ ਤਾਂ ਸਗੋਂ ਨਸ਼ੇ ਦੀ ਲੱਤ ਲਾਉਣ ਦੀ ਜਾਂ ਨਸ਼ਾ ਦੇਣ ਦਾ ਇੱਕ ਉਹ ਕੇਂਦਰ ਬਣੇ ਬੈਠੇ ਨੇ। ਮਤਲਬ ਕਿ ਨਸ਼ੇ ਨੂੰ ਛੁਡਾ ਨਹੀਂ ਰਹੇ, ਸਗੋਂ ਉਹਦੇ ਵਿੱਚ ਵਧਾਵਾ ਕਰ ਰਹੇ ਨੇ, ਹਨਾ। ਤੇ ਡਾਕਟਰ ਜਿੱਦਾਂ ਸ਼ਰਾਬ ਆ, ਮੇਰੇ ਖਿਆਲ 'ਚ ਸਭ ਤੋਂ ਜ਼ਿਆਦਾ ਜਿਹੜੀ ਸ਼ਰਾਬ ਹੈ ਇਹ ਪੰਜਾਬ ਦੇ ਵਿੱਚ ਪੀਤੀ ਜਾਂਦੀ, ਤੇ ਜਿਹੜੇ ਸਾਡੇ ਪੰਜਾਬੀ ਨੇ ਉਹਨੂੰ ਨਸ਼ਾ ਮੰਨਦੇ ਹੀ ਨਹੀਂਗੇ। ਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਅਸਲ 'ਚ ਇਸ ਵੇਲੇ ਪੰਜਾਬੀ ਦੇ ਨਾਂ ਨਾਲ ਉਹਨਾਂ ਨੂੰ ਜੋ ਅਸੀਂ ਪਹਿਲਾਂ ਕਿਹਾ ਕਰਦੇ ਸਾਂ ਵੀ ਜੁੱਸੇ ਵਾਲਾ ਨੌਜਵਾਨ, ਹੱਟਾ ਕੱਟਾ ਜਾਂ ਜ਼ੋਰ ਦੀ ਗੱਜ ਕੇ ਬੋਲ ਸਕਣ ਵਾਲੇ ਨੂੰ ਜੋ ਅਸੀਂ ਮੰਨਦੇ ਸਾਂ, ਇਸ ਵੇਲੇ ਕਿੰਨੀ ਜ਼ੋਰ ਦੀ ਸ਼ਰਾਬ ਪੀ ਕੇ ਬੜਕ ਕੱਢ ਸਕਦਾ, ਉਸ ਨੂੰ ਅਸੀਂ ਵਧਾਵਾ ਦੇਣ ਲੱਗ ਪਏ ਹਾਂ। ਉਹਦੇ ਲਈ ਬਹੁਤ ਵੱਡਾ ਰੋਲ ਜੇ ਲੱਚਰ ਗੀਤ ਸੰਗੀਤ ਦਾ, ਸਾਡੇ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਜਿਸ 'ਚ ਅਸੀਂ ਉਜਾਗਰ ਕਰਦੇ ਹਾਂ ਸਾਡੇ ਹੀਰੋ ਹੀਰੋਇਨ ਦੇਖੋ ਸ਼ਰਾਬਾਂ 'ਚ ਨਸ਼ੇ ਬੋਤਲਾਂ ਫੜ ਕੇ ਤੇ ਕਿੱਥੇ ਪਹੁੰਚੇ ਨੇ, ਜਾਂ ਜਿਹੜੀ ਵੀ ਉੱਚ ਪੱਧਰੀ ਮੀਟਿੰਗ ਉਹਦੇ ਵਿੱਚ ਦੇਖੋ ਕਿਵੇਂ ਸ਼ਰਾਬਾਂ ਸਰਵ ਕੀਤੀਆਂ ਜਾ ਰਹੀਆਂ ਨੇ। ਸੋ ਅਸੀਂ ਉਹਨੂੰ ਇੱਕ ਹਾਈਲਾਈਟ ਕਰਕੇ ਇੱਕ ਰੁਤਬਾ ਹਾਸਲ ਕਰਨ ਦਾ ਇੱਕ ਤਰੀਕਾ ਦਿਖਾ ਛੱਡਿਆ ਜੀ। ਕਿਸੇ ਵੀ ਥਾਂ ਤੇ ਜਿਵੇਂ ਹੁਣ ਤੁਸੀਂ ਮੈਂ ਲੱਚਰ ਗੀਤ ਸੰਗੀਤ ਦੀ ਗੱਲ ਕੀਤੀ ਤਾਂ ਮੈਂ ਇੱਕ ਜ਼ਿਕਰ ਕਰਨਾ ਚਾਹੁੰਦੀ ਹਾਂ, ਕਦੇ ਤਾਂ ਇਹ ਮੌਕਾ ਸੀ ਜਦੋਂ ਇੱਕ ਪਿੰਡ ਦੇ ਵਿੱਚ ਇੱਕ ਵਿਆਹ ਹੁੰਦਾ ਸੀ ਕਿਸੇ ਘਰ 'ਚ ਧੀ ਦਾ, ਤੇ ਸਾਰੇ ਲੋਕ ਆਪਣੇ ਘਰ ਦੇ ਖੋਲ ਦਿੰਦੇ ਸਨ ਦਰਵਾਜ਼ੇ ਕਿ ਰਿਸ਼ਤੇਦਾਰ ਸਾਡੇ ਘਰ ਵੀ ਆ ਜਾਣ। ਪਿੰਡ ਦੀ ਹਾਂਜੀ ਉਹ ਹੁੰਦੀ ਸੀ ਧੀ ਵੀ ਇਹ ਚੱਲੀ ਹੈ ਤੇ ਵਿਆਹ ਕੇ ਜਾਣਾ। ਤੇ ਹੁਣ ਅਸੀਂ ਜਦੋਂ ਇਸ ਸੰਗੀਤ ਤੇ ਆ ਜੇ ਵੀ ਉਹ ਚੱਕ ਲੋ ਵਾਹਿਗੁਰੂ ਕਹਿ ਕੇ ਲੰਘ ਗਈ ਮਜਾਜਣ ਖਹਿ ਕੇ, ਯਾਨੀ ਇਸ ਨੂੰ ਨਿਗਾਰ ਦੀ ਹੱਦ ਨਾ ਕਹੀਏ ਤਾਂ ਕੀ ਕਹੀਏ ਕਿ ਅਸੀਂ ਵਾਹਿਗੁਰੂ ਤੱਕ ਨੂੰ ਚਿੱਕੜ 'ਚ ਲਬੇੜ ਛੱਡਿਆ, ਤੇ ਉਹ ਵੀ ਗਵਾਂਢਣ ਨੂੰ ਚੱਕਣ ਲਈ ਅਸੀਂ ਕਹਿੰਦੇ ਹਾਂ ਵੀ ਵਾਹਿਗੁਰੂ ਆ ਜਾਏ ਤੇ ਅਸੀਂ ਉਹਨੂੰ ਚੱਕਣਾ। ਤਾਂ ਇਸ ਹੱਦ ਤੱਕ ਜਦੋਂ ਅਸੀਂ ਗਿਰਾਵਟ ਵਿੱਚ ਪਹੁੰਚਾਂਗੇ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਤੋਂ ਉੱਠਣ ਜੋਗਾ ਕਿਸੇ ਪਾਸੇ ਛੱਡਿਆ ਵੀ ਹੈ। ਪਹਿਲਾਂ ਜਦ ਕਿ ਸਾਡੇ ਬਜ਼ੁਰਗ ਜਦੋਂ ਕਿਤੇ ਬਰਾਤ ਜਾਂਦੀ ਸੀ ਤੇ ਆਪਣੇ ਪਿੰਡ ਦੀਆਂ ਜਿੰਨੀਆਂ ਧੀਆਂ ਹੁੰਦੀਆਂ ਸੀ ਉਸ ਪਿੰਡ ਦੇ ਲਾਗੇ ਜਾ ਕੇ ਉੱਥੇ ਉਹਨਾਂ ਦੇ ਘਰੋਂ ਹੋ ਕੇ ਉੱਥੇ ਭਾਜੀ ਦੇ ਕੇ ਇੱਕ ਸਾਂਝ ਸੀਗੀ ਲੋਕਾਂ ਦੇ ਵਿੱਚ, ਹਨਾ, ਪਿੰਡ ਦੀ ਧੀ ਭੈਣ ਨੂੰ ਭੈਣ ਸਮਝਣਾ। ਪਰ ਹੁਣ ਉਹ ਹਾਲਾਤ ਬਿਲਕੁਲ, ਹੁਣ ਤੇ ਗੁਆਂਢ ਵਿੱਚ ਸਗੋਂ ਅੱਖ ਧਰ ਕੇ ਵੀ ਕਿਵੇਂ ਇਹਦਾ ਰੇਪ ਕਰਨਾ ਉਸ ਪਾਸੇ ਵੱਲ ਜ਼ਿਆਦਾ ਧਿਆਨ ਹੁੰਦਾ। ਤੇ ਨਸ਼ਿਆਂ ਨੇ ਜੋ ਨਾਸ ਮਾਰਿਆ ਸੋਚ ਦਾ ਉਹ ਸਾਡੇ ਸਭ ਦੇ ਸਾਹਮਣੇ ਹੈ ਕਿ ਜੋ ਤਸ਼ੱਦਦ ਜੋ ਰੇਪ ਇਸ ਵੇਲੇ ਹੋ ਰਹੇ ਨੇ, ਜਾਂ ਜਿਸ ਹਿਸਾਬ ਨਾਲ ਕ੍ਰਾਈਮ ਅਗੇਂਸਟ ਵੂਮਨ ਵੱਧ ਰਿਹਾ ਹੈ, ਜਿਸ 'ਚ ਡੋਮੈਸਟਿਕ ਵਾਇਲੈਂਸ ਸ਼ਾਮਲ ਹੈ, ਉਹ ਪੰਜਾਬੀ ਮੋਹਰੀ ਬਣਦੇ ਜਾ ਰਹੇ ਨੇ। ਕਿਉਂ? ਇਹ ਸਭ ਦੇ ਸਾਹਮਣੇ। ਇਹਦੇ ਲਈ ਡਾਕਟਰ ਸਾਹਿਬ ਕਿਸ ਤਰ੍ਹਾਂ ਸੁਧਾਰ ਹੋ ਸਕਦਾ ਨਸ਼ਿਆਂ ਦੇ ਵਿੱਚ? ਸਟੇਟ ਗੌਰਮੈਂਟ ਕੁਛ ਹਿੱਸਾ ਪਾ, ਸਟੇਟ ਗੌਰਮੈਂਟ ਜਦੋਂ ਕਿ ਉਹਨਾਂ ਦੀ ਬਹੁਤ ਵੱਡੀ ਫੰਡਿੰਗ ਆ ਸ਼ਰਾਬ ਤੋਂ, ਮੇਰੇ ਖਿਆਲ ਉਹ ਤਾਂ ਹਿੱਸਾ ਪਾਊਗੀ ਨਹੀਂ ਇਹਦੇ ਵਿੱਚ। ਹੋਰ ਕਿਹੜੇ ਇਹਦੇ ਤਰੀਕੇ ਨੇ ਜਿਹਦੇ ਰਾਹੀਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕੀਤਾ ਜਾ ਸਕੇ? ਸਮਾਜ ਸੇਵੀ ਸੰਸਥਾਵਾਂ ਜਾਂ ਮੇਨ ਜ਼ਿੰਮੇਵਾਰੀ ਤੇ ਪੇਰੈਂਟਸ ਦੀ ਬਣਦੀ ਹੈ, ਹਨਾ, ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ? ਪਹਿਲਾਂ ਤਾਂ ਘਰ ਦਾ ਮਾਹੌਲ ਹਰ ਇੱਕ ਦੀ ਆਪਾਂ ਜ਼ਿੰਮੇਵਾਰੀ ਤੇ ਰੱਖੀਏ ਕਿ ਜੇ ਘਰ ਵਿੱਚ ਪਿਓ ਸ਼ਰਾਬ ਪੀ ਰਿਹਾ ਹੈ ਰੋਜ਼ ਸ਼ਾਮ ਨੂੰ, ਤੇ ਉਹ ਕਿਸ ਤਰ੍ਹਾਂ ਕਹਿ ਸਕਦਾ ਹੈ ਮੇਰੀ ਕੁੜੀ ਨਾ ਪੀਏ। ਸੋ ਸਭ ਤੋਂ ਪਹਿਲਾ ਰੋਲ ਮਾਡਲ ਘਰ ਵਿੱਚੋਂ ਸ਼ੁਰੂ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਕਿਉਂਕਿ ਇਹ ਏਜ ਹੈ ਨੌਜਵਾਨਾਂ ਦੀ ਜਦੋਂ ਉਹਨਾਂ ਦੇ ਸਰੀਰ ਅੰਦਰ ਬਹੁਤ ਤਾਕਤ ਹੈ, ਸੋ ਲੋੜ ਹੈ ਕਿ ਇਸ ਤਾਕਤ ਨੂੰ ਅਸੀਂ ਉਭਾਰ ਕੇ ਉਹਨੂੰ ਕੋਈ ਰਸਤਾ ਦਿਖਾਈਏ, ਯਾਨੀ ਉਹਨਾਂ ਨੂੰ ਏਮ ਜ਼ਿੰਦਗੀ ਦਾ ਦਈਏ। ਉਹਦੇ ਨਾਲ ਉਹ ਜਿੱਥੇ ਸਹੀ ਰਾਹ ਫੜਨਗੇ, ਉਹਦੇ ਨਾਲੋਂ ਨਾਲ ਇੱਕ ਖੇਡਾਂ ਵੱਲ ਰੁਝਾਨ, ਜੋ ਕਿ ਮੈਂ ਵਧਾਈ ਦਿੰਦੀ ਹਾਂ NRIs ਨੂੰ ਜਿਨ੍ਹਾਂ ਨੇ ਬੜੇ ਤਗੜੇ ਤਰੀਕੇ ਇਸ ਪਾਸੇ ਪੈਰ ਧਰਿਆ ਹੈ ਕਿ ਬੱਚਿਆਂ ਨੂੰ ਖੇਡਾਂ ਵੱਲ ਉਹਨਾਂ ਦਾ ਰੁਝਾਨ ਜੋ ਪੈਦਾ ਕਰ ਰਹੇ ਨੇ, ਭਾਵੇਂ ਉਹ ਕਬੱਡੀ ਹੋਏ, ਭਾਵੇਂ ਬਾਸਕਟਬਾਲ, ਜਾਂ ਕਿਸੇ ਪਾਸੇ ਹੀ ਘੱਟੋ ਘੱਟ ਇੱਕ ਉਹਨਾਂ ਨੂੰ ਰਾਹ ਦਿਖਾਇਆ ਹੈ ਕਿ ਤੁਸੀਂ ਇਸ ਪਾਸੇ ਤੁਰੋ, ਉਹਦੇ ਨਾਲ ਜ਼ਰੂਰ ਫਰਕ ਪਏਗਾ। ਡਾਕਟਰ ਸਾਹਿਬ ਅਸੀਂ 2 ਮਿੰਟ ਦੀ ਬ੍ਰੇਕ ਤੋਂ ਬਾਅਦ ਫਿਰ ਅਗਲੀਆਂ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ, ਫਿਰ 2 ਮਿੰਟ ਦੀ ਬ੍ਰੇਕ ਤੋਂ ਬਾਅਦ। ਡਾਕਟਰ ਸਾਹਿਬ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਜਿਹੜੀ ਸਾਡੀ ਚਰਚਾ ਚੱਲ ਰਹੀ ਹੈ ਪੰਜਾਬ ਦੇ ਬਾਰੇ, ਪੰਜਾਬੀ ਬਾਰੇ ਜਾਂ ਨਸ਼ਿਆਂ ਦੇ ਬਾਰੇ,
ਉਹਦੇ ਵਿੱਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਧਰਮ ਨੂੰ ਵੀ ਬਹੁਤ ਵੱਡਾ ਖਤਰਾ ਹੈ। ਜਿੱਥੇ ਨਸ਼ਿਆਂ ਨੇ ਸਾਡੇ ਧਰਮ ਨੂੰ ਸੱਟ ਮਾਰੀ ਏ, ਉੱਥੇ ਪੰਜਾਬੀ ਬੋਲੀ ਤੋਂ ਜੇ ਅਸੀਂ ਟੁੱਟਦੇ ਹਾਂ ਉਹ ਵੀ ਸਾਡੇ ਧਰਮ ਦੇ ਲਈ ਖਤਰਾ ਹੈ। ਤੇ ਜਿੱਥੇ ਇਹ ਚੀਜ਼ਾਂ ਖਤਰਾ ਨੇ, ਉੱਥੇ ਸਾਡੇ ਲਈ ਖਤਰਾ ਨੇ ਕੁਝ ਸੰਸਥਾਵਾਂ ਵੀ ਜਿਹੜੀਆਂ ਸਾਡੇ ਧਰਮ ਨੂੰ ਆਪਣੇ ਵਿੱਚ ਹੜੱਪ ਕਰ ਲੈਣ ਚਾਹੁੰਦੀਆਂ ਨੇ, ਜਿਹਦਾ RSS ਦਾ ਨਾਂ ਬਹੁਤ ਮੇਨ ਸੁਰਖੀਆਂ ਦੇ ਵਿੱਚ ਆਉਂਦਾ ਹੈ। ਤੇ ਅੱਜ ਕੱਲ੍ਹ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਉੱਥੇ ਸਰਕਾਰਾਂ ਦੇ ਵਿੱਚ RSS ਦਾ ਬਹੁਤ ਵੱਡਾ ਰੋਲ ਹੈ। ਤੇ RSS ਸਿੱਖ ਧਰਮ ਨੂੰ ਆਪਣੇ ਵਿੱਚ ਰਲਗੱਡ ਕਰ ਲੈਣਾ ਚਾਹੁੰਦੀ ਏ। ਇਹਦੇ ਬਾਰੇ ਤੁਸੀਂ ਦੱਸੋ ਕਿ ਇਹਦੇ 'ਚ ਉਹ ਕਿਸ ਤਰ੍ਹਾਂ ਕਰਕੇ ਕਿਸ ਤਰ੍ਹਾਂ ਸਾਨੂੰ ਹੜਪਣਾ ਚਾਹੁੰਦੇ ਨੇ? ਜੀ ਮੈਂ ਜਿਨ੍ਹਾਂ ਨੂੰ ਸ਼ਾਇਦ ਇਹ ਨਾ ਇਸ ਬਾਰੇ ਪੂਰੀ ਡਿਟੇਲ ਹੋਏ, ਮੈਂ ਥੋੜ੍ਹਾ ਜਿਹਾ ਦੱਸ ਦਿਆਂ ਕਿ ਈਸਾਈ ਧਰਮ ਇਸ ਵੇਲੇ ਸ਼ਾਇਦ ਲੋਕਾਂ ਨੂੰ ਨਾ ਪਤਾ ਹੋਏ ਤਾਂ ਹੇਠਲੇ ਤਬਕਿਆਂ ਵਿੱਚ, ਗਰੀਬ ਤਬਕਿਆਂ ਵਿੱਚ ਵੱਡੀ ਮਾਤਰਾ ਵਿੱਚ ਅਪਣਾਇਆ ਜਾਣ ਲੱਗ ਪਿਆ, ਕਿਉਂਕਿ ਉਹਨਾਂ ਨੂੰ ਮੰਦਿਰਾਂ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ। ਤਾਂ ਉਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ। ਤੇ ਉੱਥੇ ਈਸਾਈ ਧਰਮ ਵਾਲਿਆਂ ਨੇ ਕਿਹਾ ਵੀ ਜਿਹੜੇ ਗਰੀਬ ਤਬਕਾ ਹੈ ਉਹ ਆਓ ਤੇ ਅਸੀਂ ਤੁਹਾਨੂੰ ਐਤਵਾਰ ਦੇ ਐਤਵਾਰ ਮੁਫਤ ਰੋਟੀ ਵੀ ਖਵਾਵਾਂਗੇ ਤੇ ਤੁਸੀਂ ਸਾਡੇ ਚਰਚ ਵਿੱਚ ਆਇਆ ਕਰੋ। ਇਹ ਇੰਨੀ ਵੱਡੀ ਗਿਣਤੀ ਵਿੱਚ ਉਹ ਤਬਦੀਲ ਹੋ ਕੇ ਉਹਨਾਂ ਵਿੱਚ ਈਸਾਈ ਧਰਮ ਅਪਣਾ ਕੇ ਹੇਠਲਾ ਤਬਕਾ ਸ਼ੁਰੂ ਹੋ ਗਿਆ ਕਿ ਤੁਸੀਂ ਸ਼ਾਇਦ ਅੰਦਾਜ਼ਾ ਹੀ ਨਹੀਂ ਲਾ ਸਕਣ ਲੱਗੇ। ਉਹਦੇ ਨਾਲੋਂ ਨਾਲ ਜਿਹੜਾ ਹੁਣ ਹੋਰ ਖੋਰਾ ਲੱਗਣ ਲੱਗ ਪਿਆ ਇਹ ਹੈ ਕਿ ਅਸੀਂ ਗੁਰੂ ਸਾਹਿਬ ਦੀ ਉਹ ਸਿੱਖਿਆ ਕਿ ਅਸੀਂ ਜਾਤ ਪਾਤ ਤੋਂ ਉਤਾਂ ਉੱਠੀਏ ਛੱਡ ਕੇ ਅਸੀਂ ਸਗੋਂ ਗੁਰਦੁਆਰਿਆਂ ਦੀ ਵੰਡ ਪਾ ਛੱਡੀਏ ਕਿ ਅਸੀਂ ਫਲਾਣੇ ਜਾਤ ਦਾ ਇਹ ਤੇ ਫਲਾਣੇ ਜਾਤ ਦਾ ਇਹ ਕਰਕੇ ਤੇ ਅਸੀਂ ਆਪਣੇ ਧਰਮ ਨੂੰ ਪਾੜਨਾ ਸ਼ੁਰੂ ਕਰ ਦਿੱਤਾ ਹੈ। ਸੋ ਇਹਦਾ ਨਤੀਜਾ ਇਹ ਹੁੰਦਾ ਹੈ ਕਿ ਹੋਰ ਲੋਕ ਵਿੱਚ ਘੁਸ ਸਕਦੇ ਨੇ। ਹੁਣ ਇਸ ਵੇਲੇ ਦੀ ਜੋ ਮੌਜੂਦਾ ਹਾਲਾਤ ਹੈ, ਜਿੱਥੇ ਕਿ ਡਾਵਾਂਡੋਲ ਹੈ ਸਾਰਾ ਪੋਲੀਟੀਕਲ ਸਿਸਟਮ, ਜਿੱਥੇ ਬਹੁਤ ਸਾਰੇ ਆਪਣਾ ਇਸ ਵੇਲੇ ਪੂਰਾ ਪੈਰ ਜਮਾਉਣ ਦੇ ਚੱਕਰ ਵਿੱਚ ਨੇ, ਉੱਥੇ ਜਿੱਥੇ ਹੁਣ ਤਬਦੀਲੀ ਹੋਈ ਹੈ, ਜੋ ਸਿਨੈਰੀਓ ਸਭ ਨੇ ਦੇਖਿਆ ਹੋਣਾ ਬਦਲਿਆ, ਉਹਦੇ ਵਿੱਚ RSS ਦਾ ਇੱਕ ਵੱਡਾ, ਜੋ ਕਿ ਇੱਥੇ ਇੰਨੇ ਨਹੀਂ ਸੀ ਪੈਰ ਜਮਾਏ ਹੋਏ, ਇੱਥੇ ਪੰਜਾਬ ਅੰਦਰ ਉਹਨੇ ਪੈਰ ਪਸਾਰਨੇ ਸ਼ੁਰੂ ਕੀਤੇ ਨੇ। ਸੋ ਉਹਦਾ ਨਤੀਜਾ ਇਹ ਹੋ ਰਿਹਾ ਹੈ ਕਿ ਪਿੰਡ ਪਿੰਡ ਉਹਦੇ ਬਾਰੇ ਜਾਣਕਾਰੀ, ਧਰਮ ਵਿੱਚ ਆਖਰ ਕੋਈ ਜੁੜਦਾ ਕਿਵੇਂ ਜਦੋਂ ਉਸ ਨੂੰ ਜਾਣਕਾਰੀ ਦਿੱਤੀ ਜਾਵੇ, ਇਸ 'ਚ ਇਹ ਵਾਖੇ ਇਹ ਨਵੀਂ ਚੀਜ਼ ਹੈ ਤੇ ਇਦਾਂ ਅਸੀਂ ਤੁਹਾਨੂੰ ਵਿੱਚ ਮਿਲਾ ਕੇ ਤੁਹਾਨੂੰ ਆਪਣੇ 'ਚ ਜਦੋਂ ਸਾਡੇ ਨਾਲ ਰਲੋਗੇ ਤੁਹਾਨੂੰ ਤਾਂ ਵਧਣ ਦੇ ਜ਼ਰੀਏ ਮਿਲਣਗੇ, ਤੁਸੀਂ ਮੇਨ ਪੋਲੀਟਿਕਸ ਸੈਂਟਰ ਹੋਵੋਗੇ ਜਿਹਦੇ ਨਾਲ ਤੁਹਾਡਾ ਰੁਤਬਾ ਉੱਚਾ ਹੋਏਗਾ। ਯਾਨੀ ਇੱਕ ਰਾਹ ਦਿਖਾਇਆ ਜਾਏ, ਸੁਨਹਿਰੀ ਕਿਰਨ ਦਿਖਾਈ ਜਾਏ ਜਦੋਂ ਉਹ ਵੀ ਯੂਥ ਨੂੰ, ਤਾਂ ਉਹ ਛੜੱਪਾ ਮਾਰ ਕੇ ਫੜਨਗੇ ਜਿਨ੍ਹਾਂ ਨੂੰ ਇਸ ਵੇਲੇ ਕੋਈ ਰਾਹ ਨਹੀਂ ਲੱਭ ਰਿਹਾ ਸੀ ਕਿੱਥੇ ਜਾਈਏ। ਸੋ ਉਹ ਕਹਿੰਦੇ ਨੇ ਹੁਣ ਕਿਹੜੇ ਖੂਹ 'ਚ ਡੁੱਬੀਏ, ਸਾਡੇ ਕੋਲ ਕੁਛ ਵੀ ਨਹੀਂ ਅਗਾਂਹ ਜਾਣ ਨੂੰ। ਤੇ ਉਹਨਾਂ ਨੂੰ ਜਦੋਂ ਦਿਸਦਾ ਕਿ ਮੇਨ ਸਟ੍ਰੀਮ ਪੋਲੀਟਿਕਸ 'ਚ ਅਸੀਂ ਸਿੱਧਾ ਉੱਤੇ ਚੜ੍ਹ ਸਕਦੇ ਹਾਂ, ਉਹ ਵੀ ਸਿਰਫ ਇਹਨਾਂ ਦੇ ਵਿੱਚ ਵੜ ਕੇ, ਤਾਂ ਮੈਨੂੰ ਦੱਸੋ ਲੋਕ ਕਿਉਂ ਨਾ ਉਸ ਪਾਸੇ ਰੱਖਣਗੇ। ਤੇ ਜਿਵੇਂ ਇਹ ਪ੍ਰੋਪਰਲੀ ਤੁਸੀਂ ਕਹਿ ਲਓ ਕਿ ਇਹਨਾਂ ਨੇ ਮੈਨੇਜ ਕੀਤਾ ਹੋਇਆ ਤੇ ਵਧੀਆ ਤਰੀਕੇ ਸਾਰਾ ਪਹਿਲਾਂ ਹੀ ਉਹਨਾਂ ਨੇ ਗਰੁੱਪ ਬਣਾ ਕੇ ਅਲੱਗ-ਅਲੱਗ ਪਿੰਡਾਂ ਵਿੱਚ ਜਿਵੇਂ ਸ਼ੁਰੂ ਕੀਤਾ ਇਹਨਾਂ ਨੇ ਜਾਣਕਾਰੀ ਦੇਣੀ, ਉਹਦਾ ਨਤੀਜਾ ਇਹ ਜੇ ਸ਼ਾਇਦ ਕਿਸੇ ਨੂੰ ਮਜ਼ਾਕ ਲੱਗੇ ਪਰ ਬਹੁਤ ਸਾਰੇ ਛੋਟੇ ਬੱਚੇ ਉਹ RSS ਤੇ ਕਚਹਿਰੇ ਪਾ ਕੇ ਤੇ ਉਹਨਾਂ ਵਾਂਗ ਬਿਲਕੁਲ ਇੰਨੇ ਰਚ ਮਿਚ ਗਏ ਨੇ ਕਿ ਰਾਸ਼ਟਰੀ ਸਿੱਖ ਸੰਗਤ ਦੇ ਨਾਮ ਨਾਲ ਉਹ ਬਕਾਇਦਾ ਇਸ ਵੇਲੇ ਜੜ੍ਹਾਂ ਫੜ ਚੁੱਕੀ ਹੈ ਪੰਜਾਬ ਵਿੱਚ, ਜਿਸ ਵਿੱਚ ਕਿਸੇ ਹੋਰ ਗੁਰੂ ਦਾ ਜ਼ਿਕਰ ਨਹੀਂ ਹੁੰਦਾ, ਭਾਵੇਂ ਨਾਮ ਸਿੱਖ ਹੈ ਪਰ ਸਿਰਫ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਕੇ ਨਾਲ ਵੀਰ ਹਕੀਕਤ ਰਾਏ ਦੀਆਂ ਤਸਵੀਰਾਂ ਲਾ ਕੇ ਤੇ ਉਹ ਦਰਸਾਇਆ ਇਹ ਜਾਂਦਾ ਹੈ ਕਿ ਲੜ ਮਰਨ ਵਾਲੀ ਇੱਕ ਸ਼ਖਸੀਅਤ ਸੀ। ਉਹਦੇ ਪਿੱਛੇ ਕਿਤੇ ਨਹੀਂ ਦੱਸਿਆ ਗਿਆ ਕਿ ਕਿਸ ਚੀਜ਼ ਵਾਸਤੇ ਸ਼ਹਾਦਤ ਦਿੱਤੀ ਗਈ ਜਾਂ ਕਿਉਂ ਤਲਵਾਰ ਚੁੱਕੀ, ਸ਼ਸਤਰ ਕਿਉਂ ਚੁੱਕਣੇ ਪਏ, ਉਹ ਖਤਮ ਜੇ ਗੱਲ। ਸਿਰਫ ਇਹ ਕਿ ਲੜ ਮਰਨ ਸਕਣ ਵਾਲੀ ਸ਼ਖਸੀਅਤ ਹੈ ਤੇ ਤੁਸੀਂ ਵੀ ਚਲੋ ਆਓ ਲੜੋ ਮਰੋ ਤੇ ਪਹੁੰਚੋ ਤਾਂ ਤੱਕ। ਤੇ ਇਹਦਾ ਜੋ ਅਸਰ ਦਿਖਣਾ ਜੇ ਤੁਹਾਨੂੰ 5 ਵਰਿਆਂ ਬਾਅਦ, ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਣਾ ਕਿ ਕਿਵੇਂ ਇਹਨੇ ਮਾਰੂ ਟੱਕ ਲਾਣੇ ਜੇ ਇਸ ਧਰਮ ਲਈ ਵੀ, ਇਸ ਸੱਭਿਆਚਾਰ ਤੇ ਜ਼ਬਾਨ ਤੇ ਨਾਲੋਂ ਨਾਲ ਜਾਣੀ ਹੋਈ ਹੈ। ਕਿਉਂਕਿ ਇਸ ਵੇਲੇ ਵੀ ਪੰਜਾਬੀ ਜ਼ਬਾਨ ਪਿਛਾਂ ਖਿੱਚ ਕੇ ਅਸੀਂ ਹਿੰਦੀ ਤੇ ਅੰਗਰੇਜ਼ੀ ਨੂੰ ਜੱਫਾ ਪਾਇਆ ਹੋਇਆ ਹੈ। ਸੋ ਤੁਸੀਂ ਵੇਖ ਸਕੋਗੇ ਜੇ ਅੱਜ ਦੇ ਦਿਨ ਨਹੀਂ ਇਸ ਪ੍ਰਤੀ ਆਪਾਂ ਚਿੰਤਿਤ ਹੋਏ ਤਾਂ ਇਹ ਸਾਡਾ ਤਾਂ ਧਰਮ ਅੱਗੇ ਹੀ ਖਤਰੇ 'ਚ ਸੀ ਤੇ ਇਹ ਤਬਾਹੀ ਵੱਲ ਲੈ ਜਾਣਾ ਜੀ।
ਜਦ ਕਿ ਸਾਡਾ ਧਰਮ ਤੇ ਮੈਂ ਕਿ ਧਰਮ ਹੇਤ ਸਾਕਾ ਜਿਨ ਕੀਆ, ਸਾਡੇ ਜਿੰਨੇ ਵੀ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਭਾਵੇਂ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ, ਸਾਰਾ ਉਹਨਾਂ ਨੇ ਕਿਸੇ ਆਪਣੀ ਲੜਾਈ ਦੇ ਲਈ ਨਹੀਂ, ਧਰਮ ਦੀ ਲੜਾਈ ਦੇ ਲਈ। ਜਾਂ ਦੇਖੋ ਹੁਣ ਤੇਗ ਬਹਾਦਰ ਜੀ ਨੇ ਸੀਸ ਦਿੱਤਾ, ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਦਿੱਤਾ। ਸਾਡੇ ਤੇ ਜਿੰਨੇ ਵੀ ਇਹ ਸਾਕੇ ਹੋਏ ਨੇ, ਸਿਰਫ ਅਸੀਂ ਜੁਰਮ ਦੇ ਵਿਰੁੱਧ ਇਹ ਸਾਰਾ ਕੁਝ ਹੋਇਆ ਵੇ, ਜਦ ਕਿ ਕੋਈ ਲੜਨ ਮਾਰਨ ਵਾਲੀ ਗੱਲ ਨਹੀਂ, ਨਾ ਕੋਈ ਸ਼ੌਂਕ ਸੀਗਾ। ਇਹ ਸਭ ਜ਼ੁਲਮ ਦੇ ਵਿਰੁੱਧ ਸਾਰਾ ਕੁਝ ਗੁਰੂ ਸਾਹਿਬ ਨੇ ਕੀਤਾ ਵੇ। ਤੇ ਇਹ ਬਹੁਤ ਮੈਂ ਕਹਿੰਦਾ ਹਿਸਟਰੀ ਨੂੰ ਤੁਸੀਂ ਜਦੋਂ ਚੇਂਜ ਕਰਦੇ ਹੋ, ਜਾਂ ਤੁਸੀਂ ਸ਼ਾਇਦ ਸੁਣਿਆ ਵੀ ਹੋਏ ਕਿ ਹਿਸਟਰੀ ਦੀਆਂ ਬੁੱਕਸ ਚੇਂਜ ਹੋਣੀਆਂ ਨੇ, ਜਦੋਂ ਛੋਟੇ ਬੱਚੇ ਦੇ ਮਨ ਵਿੱਚ ਸਿਰਫ ਇਹ ਆਣਾ ਜੇ ਕਿ ਇਹ ਕੁਰਬਾਨੀਆਂ ਕਰਨ ਵਾਲਾ ਰਿਲੀਜਨ ਸਿਰਫ ਹਿੰਦੂ ਰਿਲੀਜਨ ਹੈ, ਜਾਂ ਇਹ ਬਾਕੀ ਸਿੱਖਾਂ ਦੀ ਕੋਈ ਦੇਣ ਹੀ ਨਹੀਂ ਜੇ, ਜਾਂ ਉਹਨਾਂ ਦਾ ਜ਼ਿਕਰ ਵੀ ਨਹੀਂ ਹੋਣਾ ਕਿਤੇ ਇਤਿਹਾਸ ਵਿੱਚ, ਤਾਂ ਉਹ ਛੋਟੇ ਬੱਚੇ ਨੂੰ ਕਿੰਨਾ ਕੁ ਯਕੀਨ ਹੋਏਗਾ ਜੋ ਮੈਨੂੰ ਟੀਚਰ ਪੜ੍ਹਾ ਰਹੇ ਨੇ, ਕਿਤਾਬਾਂ 'ਚ ਲਿਖਿਆ, ਰਟਣਾ, ਇਮਤਿਹਾਨ ਦੇਣਾ, ਜਾਂ ਮੇਰੇ ਮਾਂ-ਪਿਓ ਨੇ ਆ 2 ਲਫ਼ਜ਼ ਬੋਲੇ ਉਹਨਾਂ ਨੂੰ ਯਾਦ ਰੱਖਾਂ। ਯਾਨੀ ਉਹਨੇ ਬਣਦੇ ਦਿਮਾਗ ਦੇ ਕੰਪਿਊਟਰ ਵਿੱਚ ਜਿਸ ਤਰ੍ਹਾਂ ਫਿੱਟ ਕਰ ਦਿੱਤਾ ਜਾਏਗਾ, ਉਹੀ ਚੀਜ਼ਾਂ ਹੀ ਬੱਚੇ ਦੇ ਦਿਮਾਗ 'ਚ ਸਮੋਈਆਂ ਹੋਣਗੀਆਂ, ਉਸੇ ਹਿਸਾਬ ਦਾ ਹੀ ਉਹ ਅੱਗੋਂ ਵੱਡਾ ਹੋ ਕੇ ਬਣ ਸਕਦਾ ਹੈ। ਸੋ ਅਸੀਂ ਉਹਦੀ ਸੋਚ ਹੀ ਜੇ ਪਰਿਵਰਤਨ ਕਰ ਦੇਣਾ ਹੈ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਆਉਣ ਵਾਲਾ ਸਮਾਂ ਸਾਡੇ ਅੱਗੇ। ਨਹੀਂ, ਇਹਨਾਂ ਵੱਲੋਂ ਤੇ ਬਹੁਤ ਚਾਲਾਂ ਚੱਲੀਆਂ ਜਾ ਰਹੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਇਹਨਾਂ ਨੇ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਹਿੰਦੂ ਸੀ, ਜਿਹਨੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ। ਅਜਿਹੀਆਂ ਬਹੁਤ ਜਿਹੜੀਆਂ ਘਿਨਾਉਣੀਆਂ ਕਾਰਵਾਈਆਂ ਨੇ ਇਹ ਕਰ ਰਹੇ ਨੇ। ਇਹਦੇ ਲਈ ਸਾਡੇ ਸਿੱਖ ਕੌਮ ਨੂੰ, ਸਾਡੇ ਸਾਰੇ ਜਿੰਨੇ ਵੀ ਬੁੱਧੀਜੀਵੀ ਨੇ, ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਕੰਮ ਕੀਤਾ ਹੋਵੇ, ਉਹਦੇ 'ਚ ਭਾਵੇਂ ਭਰੂਣ ਹੱਤਿਆ ਦੇ ਹੋਵੇ, ਉਹਦੇ ਵਿੱਚ ਤੁਹਾਡੇ ਲੈਕਚਰ ਹੋਣ, ਜਾਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਰਾ ਪ੍ਰਚਾਰ ਕੀਤਾ ਹੋਵੇ, ਜਾਂ ਨਸ਼ੇ ਦੇ ਉੱਪਰ ਕੀਤਾ ਹੋਵੇ, ਉਹਦੇ 'ਚ ਤੁਹਾਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਤੌਰ ਤੇ ਕਿੰਨੇ ਕੁ ਸਨਮਾਨ ਮਿਲੇ ਨੇ? ਉਹਦੇ ਬਾਰੇ ਸੰਗਤਾਂ ਦੇ ਨਾਲ ਜ਼ਰੂਰ ਸਾਂਝੋ ਜੀ। ਇਸ ਵੇਲੇ ਤੱਕ ਲਗਭਗ 1200 ਦੇ ਕਰੀਬ ਹੋਣਗੇ, 1178 ਤੱਕ ਤਾਂ ਮੈਨੂੰ ਗਿਣੇ ਸਨ, ਉਸ ਤੋਂ ਬਾਅਦ ਨਹੀਂ ਗਿਣੇ। ਸੋ ਇਹਨੇ ਸਨਮਾਨ ਮਿਲ ਚੁੱਕੇ ਨੇ। ਮੈਂ ਕਿ ਸੰਗਤਾਂ ਨੇ ਤੁਹਾਨੂੰ ਪੂਰਾ ਮਾਨ ਸਨਮਾਨ ਦਿੱਤਾ ਤੁਹਾਡੀਆਂ ਸੇਵਾਵਾਂ ਦਾ। ਬਿਲਕੁਲ, ਮੈਂ ਤੇ ਇਹਦਾ ਅੰਦਾਜ਼ਾ ਵੀ ਨਹੀਂ ਸੀ ਲਾ ਸਕਦੀ ਕਿ ਇਸ ਪੱਧਰ ਤੱਕ ਮੈਨੂੰ ਮਿਲ ਸਕਦੇ ਨੇ, ਜਿੱਥੇ ਯੂਨਾਈਟਿਡ ਨੇਸ਼ਨਸ ਦੇ ਅਮਰੀਕਨ ਬਾਇਓਗ੍ਰਾਫਿਕਲ ਇੰਸਟੀਚਿਊਟ ਵੱਲੋਂ ਮੈਨੂੰ ਵੂਮਨ ਆਫ ਦੀ ਈਅਰ 2012 ਅਵਾਰਡ ਦਿੱਤਾ ਗਿਆ। ਉੱਥੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਮੈਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। ਹੋਰ ਵੀ ਕਈ ਮੁਲਕਾਂ ਦੀਆਂ ਪਾਰਲੀਮੈਂਟਾਂ ਵਿੱਚ ਸਨਮਾਨ ਦਿੱਤਾ ਗਿਆ। ਤੇ ਮੈਂ ਜਿਸ ਨੂੰ ਉਹੀ ਮੇਰਾ ਖਿਆਲ ਇਕੱਲੀ ਔਰਤ ਹੋਵਾਂਗੀ ਜਿਹਨੂੰ ਫਖਰੇ ਕੌਮ ਅਵਾਰਡ ਵੀ ਮਿਲਿਆ ਹੋਇਆ। ਪੰਜਾਬ ਦੀ ਅਵਾਰਡ ਵੀ ਮਿਲਿਆ ਮੈਨੂੰ। ਇਸ ਤੋਂ ਇਲਾਵਾ 3 ਵਾਰ ਸਟੇਟ ਅਵਾਰਡ ਮਿਲ ਚੁੱਕਾ ਹੈ। ਯਾਨੀ ਬੇਅੰਤ ਅਵਾਰਡਸ ਨੇ, ਰਾਣੀ ਝਾਂਸੀ ਦਾ ਅਵਾਰਡ, ਮਾਣ ਪੰਜਾਬ ਦਾ ਅਵਾਰਡ, ਇਸ ਤਰ੍ਹਾਂ ਕਾਫੀ ਨੇ। ਪਰ ਮੈਂ ਜ਼ਿਕਰ ਕਰਨਾ ਚਾਹਾਂਗੀ ਇੱਕ ਉਸ ਅਵਾਰਡ ਦੀ ਜਿਹੜਾ ਮੇਰਾ ਖਿਆਲ ਹੈ ਤਰਸਦੇ ਨੇ ਲੋਕ, ਜਿਹੜਾ ਉਹ ਮਿਲਿਆ। ਉਸ ਤੋਂ ਵੱਡਾ ਸਨਮਾਨ ਮੈਂ ਕੋਈ ਗਿਣਦੀ ਨਹੀਂ। ਉਹ ਸਨਮਾਨ ਇਹ ਜੇ ਕਿ ਜਦੋਂ ਸਰਦੀਆਂ ਆਉਂਦੀਆਂ ਨੇ ਤੇ ਮੇਰੀ ਇੱਕ ਟੀਵੀ ਇੰਟਰਵਿਊ ਸੀ ਜਿੱਥੇ ਇਸ ਤਰ੍ਹਾਂ ਮੈਨੂੰ ਪੁੱਛਿਆ ਗਿਆ ਵੀ ਤੁਸੀਂ ਖਾਣਾ ਕੀ ਪਸੰਦ ਕਰਦੇ ਹੋ, ਤੇ ਮੈਂ ਕਿਹਾ ਜੀ ਸਾਗ ਬਹੁਤ ਪਸੰਦ ਹੈ ਮੱਕੀ ਦੀ ਰੋਟੀ ਨਾਲ, ਪਰ ਮੇਰੇ ਕੋਲ ਸਮਾਂ ਨਹੀਂ ਹੁੰਦਾ ਕਿ ਮੈਂ ਵਕਤ ਹੀ ਨਹੀਂ ਨਿਕਲਦਾ, ਮੈਂ ਕਦੇ ਖਾ ਹੀ ਨਹੀਂ ਸਕਦੀ, ਬਣਾਇਆ ਹੀ ਨਹੀਂ ਜਾਂਦਾ। ਤੇ ਯਕੀਨ ਮੰਨਿਓ ਇਸ ਗੱਲ ਨੂੰ ਹੋ ਗਏ ਨੇ 6 ਵਰੇ, ਤੇ 6 ਵਰਿਆਂ ਤੋਂ ਜਿਨ੍ਹਾਂ ਨੇ ਵੀਰਾਂ ਭੈਣਾਂ ਨੇ ਉਹ ਸੁਣੀ, ਤੁਸੀਂ ਅੰਦਾਜ਼ਾ ਲਾਓ ਕਿ ਕਿੱਥੇ ਪਟਿਆਲਾ, ਕਿੱਥੇ ਫਿਰੋਜ਼ਪੁਰ। ਤੇ ਇਸ ਵਕਤ 3 ਵਜੇ ਉੱਠੇ, ਉਹ ਆਪਣੀ ਉਹ ਕਾਠ ਦੀ ਹਾਂਡੀ 'ਚ ਉਹਨੂੰ ਬਣਾ ਕੇ ਤੇ ਬਕਾਇਦਾ ਘੋਟ ਕੇ ਸਾਗ ਲਿਆ ਕੇ, ਮੱਕੀ ਦੀਆਂ ਰੋਟੀਆਂ, ਇੰਨਾ ਮੱਖਣ ਦਾ ਕੋਲਾ ਪਾ ਕੇ, ਉੱਥੋਂ ਵੀ ਵੀਰ ਤੁਰ ਕੇ ਦੇਣ ਆ ਜਾਂਦੇ ਨੇ ਕਿ ਇਹ ਸਾਡੀ ਭੈਣ ਹੈ, ਕੋਈ ਕਹਿੰਦਾ ਮੇਰੀ ਧੀ ਹੈ। ਤਾਂ ਤੁਸੀਂ ਸਮਝ ਸਕਦੇ ਹੋ ਕਿ ਉਸ ਮਾਨ ਸਨਮਾਨ ਦਾ ਦੇਣਾ ਮੈਂ ਦੇ ਹੀ ਨਹੀਂ ਸਕਦੀ ਕਿ ਕਦੇ ਨਹੀਂ ਹੋਇਆ 6 ਸਾਲਾਂ 'ਚ ਕੋਈ ਇੱਕ ਵੀ ਦਿਨ ਅਜਿਹਾ ਲੰਘਿਆ ਹੋਏ ਕਿ ਮੇਰੇ ਫ੍ਰਿਜ ਵਿੱਚ ਸਾਗ ਜਾਂ ਮੱਕੀ ਦੀ ਰੋਟੀਆਂ ਦਾ ਢੇਰ ਨਾ ਹੋਵੇ। ਕੋਈ ਦਿਨ ਨਹੀਂ ਲੰਘਦਾ। ਇੰਨਾ ਪਿਆਰ, ਇੰਨਾ ਸਤਿਕਾਰ, ਇੰਨਾ ਮਾਣ ਮੈਂ ਸੱਚਮੁੱਚ ਦੇਣਦਾਰ ਹਾਂ ਆਪਣੇ ਪੰਜਾਬ ਅੰਦਰਲੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਦਿੱਤਾ। ਇਸ ਤੋਂ ਵੱਡਾ ਸਤਿਕਾਰ ਮੈਂ ਸੋਚ ਹੀ ਨਹੀਂ ਸਕਦੀ। ਜਦੋਂ ਮੇਰਾ ਪਿਓ ਤੁਰਿਆ ਸੀ, ਮੇਰੀ ਮਾਂ ਤੁਰੀ ਸੀ, ਮੈਨੂੰ ਲੱਗਦਾ ਸੀ ਮੇਰੇ ਸਿਰ ਤੇ ਛੱਤ ਨਹੀਂ, ਪਰ ਜਦੋਂ ਇੰਨੇ ਸਾਰੇ ਮੇਰੇ
ਪੰਜਾਬੀ ਵੀਰ ਭੈਣ ਕਹਿਣ ਸਾਡੀ ਭੈਣ ਹੈ, ਕੋਈ ਕਵੇ ਮੇਰੀ ਧੀ ਹੈ, ਤਾਂ ਉਹ ਪੰਜਾਬ ਦੀ ਧੀ ਨਾਲੋਂ ਮੈਨੂੰ ਇਹ ਧੀ ਅਖਵਾਉਣਾ ਜ਼ਿਆਦਾ ਵਧੀਆ ਲੱਗਦਾ ਹੈ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰਿਆਂ ਦੀਆਂ ਜਿਨ੍ਹਾਂ ਨੇ ਇੰਨਾ ਰੱਜ ਕੇ ਪਿਆਰ ਦਿੱਤਾ। ਇਸ ਤੋਂ ਵੱਡਾ ਵਾਕਈ ਕੋਈ ਸਨਮਾਨ ਨਹੀਂ ਹੋ ਸਕਦਾ। ਪਰਮਾਤਮਾ ਕਰੇ ਕਿ ਤੁਸੀਂ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰੋ ਤੇ ਤੁਹਾਨੂੰ ਹੋਰ ਮਾਣ ਸਨਮਾਨ ਮਿਲੇ। ਪਰ ਡਾਕਟਰ ਸਾਹਿਬ, ਜਿੱਥੇ ਕਹਿੰਦੇ ਨਾ ਵੀ ਫੁੱਲ ਹੁੰਦੇ ਨੇ ਉੱਥੇ ਕੰਡੇ ਵੀ ਜ਼ਰੂਰ ਹੁੰਦੇ ਨੇ। ਤੁਹਾਨੂੰ ਕੌਮ ਨੇ ਮਾਣ ਸਨਮਾਨ ਵੀ ਦਿੱਤਾ, ਉਹਦੇ ਨਾਲ ਤੁਹਾਨੂੰ ਇਹਨਾਂ ਚੀਜ਼ਾਂ ਦੇ ਪਿੱਛੇ ਕਈ ਦੁਸ਼ਵਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ। ਉਹ ਕਿਹੜੀਆਂ ਦੁਸ਼ਵਾਰੀਆਂ ਸੀ, ਉਹ ਸਾਡੇ ਸੰਗਤਾਂ ਦੇ ਨਾਲ ਜ਼ਰੂਰ ਸਾਂਝੀਆਂ ਕਰੋ। ਜੀ, ਸਭ ਤੋਂ ਵੱਡਾ ਗੁਨਾਹ ਮੈਂ ਕੀਤਾ ਸੀ ਪੰਜਾਬੀ ਜ਼ਬਾਨ ਬੋਲ ਕੇ UN ਵਿੱਚ, ਜਿੱਥੇ ਮੈਨੂੰ ਕਿਹਾ ਗਿਆ ਕਿ ਤੁਸੀਂ ਹਿੰਦੁਸਤਾਨੀਆਂ ਨੂੰ ਅਨਪੜ੍ਹ ਕਰਾਰ ਦੇ ਦਿੱਤਾ, ਕਿਉਂਕਿ ਉਹ ਤਕਨੀਕੀ ਪਰਚਾ ਸੀ ਤੇ ਮੈਨੂੰ ਸੀ ਕਿ ਮੈਂ ਕਿਸੇ ਤਰੀਕੇ ਰਜਿਸਟਰ ਕਰਾ ਸਕਾਂ ਇਹ ਜ਼ਬਾਨ ਉੱਥੇ ਜਿੱਥੇ ਇਹ ਆਵਾਜ਼ ਉੱਠੀ ਸੀ ਕਿ ਜ਼ਬਾਨ ਖਤਮ ਹੋ ਗਈ ਹੈ। ਸੋ ਉਹਦਾ ਸਿਲਾ ਮੈਨੂੰ ਇਹ ਮਿਲਿਆ। ਤੇ ਦੂਜਾ ਕਿ ਮੈਂ ਉੱਥੇ ਇਹ ਸਾਬਤ ਕੀਤਾ ਅੰਕੜਿਆਂ ਨਾਲ ਕਿ ਪੰਜਾਬੀ ਦੁਨੀਆ ਭਰ ਵਿੱਚ ਪਹਿਲੇ ਨੰਬਰ ਦੇ ਕੁੜੀ ਮਾਰ ਨਹੀਂ ਨੇ। ਜੇ ਖਿਆਲ ਕੀਤਾ ਹੋਵੇ ਤਾਂ ਦੁਬਾਰਾ ਇਹ ਆਵਾਜ਼ UN ਤੋਂ ਨਹੀਂ ਉੱਠੀ ਜਦੋਂ ਉਦੋਂ ਇੰਨੇ ਜ਼ੋਰ ਨਾਲ ਉੱਠੀ ਸੀ, ਕਿਉਂਕਿ ਉਹ ਮੈਂ ਅੰਕੜੇ ਕਾਊਂਟਰ ਕਰ ਰਹੀ ਸੀ। ਸੋ ਉਹਦਾ ਨਤੀਜਾ ਸੀ ਕਿ ਮੈਨੂੰ ਮੇਰੇ ਤੇ ਇਨਕੁਆਇਰੀਆਂ CBI ਤੱਕ ਦੀਆਂ ਚੱਲੀਆਂ। ਰੋਜ਼ ਥਾਣਿਆਂ ਦੇ ਮੈਂ ਵੀ ਗੇੜੇ ਕੱਢੇ, ਮੇਰੇ ਘਰ ਵੀ ਆ ਕੇ ਪੁਲਿਸ ਬੈਠਦੀ ਰਹੀ, ਨੌਕਰੀ ਤੋਂ ਬਰਖਾਸਤ ਤੱਕ ਕੀਤਾ, ਬਦਲੀਆਂ ਦੂਰ ਬਾਅਦ ਵਿੱਚ ਜਦੋਂ ਵਾਪਸ ਆਇਆ ਉਹ ਵੀ ਕੀਤੀਆਂ। ਅੱਜ ਵੀ ਜੇ ਲੱਗਦਾ ਕਿਸੇ ਨੂੰ ਠੀਕ ਹੈ ਤੇ ਮੇਰਾ ਆ ਕੇ ਤੁਸੀਂ ਬੈਂਕ ਚੈੱਕ ਕਰ ਸਕਦੇ। ਪਿਛਲੇ 11 ਮਹੀਨਿਆਂ ਤੋਂ ਮੈਨੂੰ ਹੁਣ ਵੀ ਤਨਖਾਹ ਨਹੀਂ ਮਿਲੀ। ਸੋ ਇਹ ਹੁੰਦਾ ਜੇ ਜਦੋਂ ਤੁਸੀਂ ਕੋਈ ਕੁਰੀਤੀ ਉਜਾਗਰ ਕਰਨੀ ਚਾਹੋ ਜਾਂ ਸਰਕਾਰ ਦੇ ਵਿਰੁੱਧ ਹਲਕਾ ਜਿਹਾ ਵੀ ਆਵਾਜ਼ ਕੱਢੋ ਤਾਂ ਇਹ ਸਿਲੇ ਜ਼ਰੂਰ ਮਿਲਦੇ ਨੇ। ਸੋ ਮੇਰਾ ਖਿਆਲ ਹੈ ਇਹਨਾਂ ਔਕੜਾਂ ਨੂੰ, ਜੋ ਮੇਰੇ ਪਾਪਾ ਜੀ ਕਿਹਾ ਕਰਦੇ ਸਨ ਕਿ ਇੱਕ ਸਪੀਡ ਬ੍ਰੇਕਰ ਵਾਂਗ ਗਿਣਨਾ ਚਾਹੀਦਾ ਹੈ। ਜੇ ਆਪਾਂ ਉੱਥੇ ਖੜ ਜਾਵਾਂਗੇ ਤਾਂ ਜ਼ਿੰਦਗੀ 'ਚ ਅਗਾਂਹ ਚੱਲ ਨਹੀਂ ਸਕਦੇ, ਕਿਉਂਕਿ ਮਕਸਦ ਨੂੰ ਜੇ ਪੂਰਾ ਕਰਨਾ ਹੋਏ ਤਾਂ ਉਕਾਬ ਵਾਂਗ ਜ਼ਿੰਦਗੀ ਹੋਣੀ ਚਾਹੀਦੀ ਹੈ। ਜਿੰਨੀ ਤੇਜ਼ ਹਵਾ ਹੈ ਉਹ ਹੋਰ ਖੰਭ ਫੜਫੜਾ ਕੇ ਉਤਾਂਹ ਨੂੰ ਚੜ੍ਹਦਾ ਹੈ ਕਿ ਮੈਂ ਇੱਕ ਸਟੈਪ ਹੋਰ ਅਗਾਂਹ ਵੱਧ ਜਾਵਾਂ। ਜਿੰਨੀ ਵਾਰ ਇਹ ਮੇਰੇ ਤੇ ਕੁਛ ਵੀ ਇਸ ਤਰ੍ਹਾਂ ਦੀ ਅੜਚਨ ਆਈ ਹੈ, ਮੈਂ ਯਕੀਨ ਜਾਣਿਓ ਇੰਨਾ ਨਿੱਘ ਇੰਨਾ ਪਿਆਰ ਵਤਨੋਂ ਪਾਰ ਦੇ ਪੰਜਾਬੀਆਂ ਵੱਲੋਂ ਮਿਲਿਆ ਜਿਹਦਾ ਮੈਂ ਦੇਣਾ ਦੇ ਹੀ ਨਹੀਂ ਸਕਦੀ। ਉਹ ਹਿੰਮਤ ਬਣਦੇ ਨੇ, ਮੇਰੀ ਸਪੋਰਟ ਬਣਦੇ ਨੇ, ਜਿਨ੍ਹਾਂ ਨਾਲ ਮੈਂ ਆਪਣਾ ਕਾਰਜ ਅੱਜ ਤੱਕ ਜਾਰੀ ਰੱਖ ਸਕੀ ਹਾਂ। ਇੱਕ ਡਾਕਟਰ ਸਾਹਿਬ, ਤੁਹਾਡੀ ਫਿਲਮ ਨੀਦਰਲੈਂਡ ਤੁਹਾਡੇ ਕੰਮ ਬਾਰੇ ਇੱਕ ਫਿਲਮ ਦਿਖਾਈ ਗਈ ਸੀ, ਉਹਦੇ ਵਿੱਚ ਕਿਹੜੀ ਖਾਸ ਗੱਲ ਚੁੱਕੀ ਗਈ, ਥੋੜਾ ਜਿਹਾ ਸੰਗਤਾਂ ਨਾਲ ਵੱਖੋ ਵੱਖ ਮੁਲਕਾਂ ਵਿੱਚ ਮੇਰੀ 3 ਅਲੱਗ-ਅਲੱਗ ਮੁਲਕਾਂ 'ਚ, ਅਮਰੀਕਾ 'ਚ ਵੀ, ਕੈਨੇਡਾ 'ਚ ਵੀ, ਨੀਦਰਲੈਂਡ ਵੀ ਮੇਰੇ ਕੰਮ ਉੱਤੇ ਫਿਲਮ ਬਣਾਈ ਗਈ ਸੀ। ਕਿਉਂਕਿ ਇੱਕ ਪਿੰਡ ਜੇ ਮੱਲਾਂ ਖੇੜੀ ਉੱਥੇ ਪਟਿਆਲੇ ਲਾਗੇ, ਜਿੱਥੇ ਪਹਿਲਾਂ ਗਿਣਤੀ 86 ਦੇ ਕਰੀਬ ਸੀ 100 'ਚੋਂ ਮੁੰਡਿਆਂ ਦੇ ਖਿਲਾਫ ਦੇ ਮੁਕਾਬਲੇ ਕੁੜੀਆਂ ਦੀ, ਉੱਥੇ X ਤੇ Y ਕ੍ਰੋਮੋਸੋਮ ਬਾਰੇ ਮੈਂ ਜਾਣਕਾਰੀ ਦਿੱਤੀ ਸੀ ਕਿ ਕੀ, ਜਿਵੇਂ ਮੈਂ ਆਪਾਂ ਗੱਲ ਕੀਤੀ ਸੀ ਕਿ ਜੇ ਔਰਤ ਦੇ ਵਿੱਚ ਨਹੀਂ, ਇਹ ਥੋੜਾ ਜਿਹਾ ਵੱਖ ਜੇ ਉਸ ਤੋਂ ਕਿ ਅਸੀਂ ਆਪਣੀ ਕੌਮ ਨੂੰ ਕਿਸ ਤਰ੍ਹਾਂ ਖਤਮ ਕਰ ਰਹੇ ਹਾਂ, ਮੈਂ ਉਹਦੇ ਤੇ ਜ਼ਿਕਰ ਕਰਨਾ ਚਾਹਾਂਗੀ। ਇਹ ਆਮ ਹੁਣ ਜਾਣਕਾਰੀ ਹੈ ਕਿ X ਤੇ Y ਕ੍ਰੋਮੋਸੋਮ ਕਿਵੇਂ ਹੁੰਦੇ ਨੇ। ਮੈਂ ਜੋ ਜ਼ਿਕਰ ਕਰਨਾ ਚਾਹੁੰਦੀ ਹਾਂ ਉਹ ਮਾਫ ਕਰਿਓ ਤੁਹਾਡਾ ਐਗਜ਼ਾਮਪਲ ਲੈ ਕੇ ਦੱਸਣਾ ਚਾਹਾਂਗੀ ਤਾਂ ਕਿ ਆਮ ਸਮਝ ਆਵੇ ਲੋਕਾਂ ਨੂੰ ਕੀ ਦੱਸਣਾ ਚਾਹ ਰਹੀ ਹਾਂ। ਤੁਹਾਡੇ ਜਿਸਮ ਵਿੱਚ ਇੱਕ X ਤੇ ਇੱਕ Y ਕ੍ਰੋਮੋਸੋਮ ਹੈ ਜੋ ਕਿ ਤੁਹਾਡੇ ਮਾਤਾ ਵੱਲੋਂ X ਤੇ ਪਿਤਾ ਵੱਲੋਂ Y ਆਇਆ। ਹਾਂਜੀ। ਜੇ ਅੱਗੋਂ ਹੁਣ ਤੁਹਾਡੀ ਬੇਟੀ ਹੋਏਗੀ ਤਾਂ ਉਹਦੇ ਵਿੱਚ ਤੁਹਾਡੇ ਸਰੀਰ ਦਾ X ਕ੍ਰੋਮੋਸੋਮ ਜੇ ਕਿ ਤੁਹਾਡੀ ਮਾਤਾ ਵੱਲੋਂ ਤੁਰਿਆ ਆਇਆ ਉਹ ਜਾਏਗਾ। ਜੇ ਬੇਟਾ ਹੋਏਗਾ ਤਾਂ ਤੁਹਾਡਾ Y ਕ੍ਰੋਮੋਸੋਮ ਜੋ ਪਿਤਾ ਵੱਲੋਂ ਆਇਆ ਸੀ ਉਹ ਅੱਗੇ ਚਲਾ ਜਾਏਗਾ। ਸੋ ਜ਼ਾਹਰ ਹੈ ਕਿ ਜੇ ਤੁਹਾਡੇ ਇਸ ਘਰ ਦੇ ਵਿੱਚ ਬੇਟੀ ਨਹੀਂ ਹੁੰਦੀ ਜਾਂ ਬੇਟੀ ਮਾਰ ਦਿੱਤੀ ਜਾਂਦੀ ਹੈ ਤਾਂ ਜਿਹੜੇ ਤੁਹਾਡੇ ਮਾਤਾ ਵੱਲੋਂ ਆਇਆ X ਕ੍ਰੋਮੋਸੋਮ ਉਹ ਕਦੇ ਵੀ ਅਗਾਂਹ ਨਹੀਂ ਤੁਰ ਸਕਣ ਲੱਗਾ, ਕਿਉਂਕਿ X ਕ੍ਰੋਮੋਸੋਮ ਜਾਣਾ ਹੀ ਬੇਟੀ ਵਿੱਚ ਹੈ, Y ਤੇ ਜਾਣਾ ਮੁੰਡੇ ਵਿੱਚ ਹੈ ਨਾ। ਸੋ ਜਿਸ ਵੀ ਘਰ ਵਿੱਚ ਕੁੜੀ ਨਹੀਂ ਪੈਦਾ ਹੋਏਗੀ ਦਾ ਮਤਲਬ ਹੈ ਦਾਦੀ ਵੱਲੋਂ ਆਇਆ X ਕ੍ਰੋਮੋਸੋਮ ਪਿਤਾ ਰਾਹੀਂ ਅੱਗੇ ਨਹੀਂ ਤੁਰਿਆ ਤਾਂ ਜਿੰਨੇ ਵੀ ਉਸ ਕ੍ਰੋਮੋਸੋਮ ਨਾਲ ਉਸ ਮਾਤਾ ਦੇ ਟੱਬਰ ਦੇ ਜੁੜੀ ਜਾਣਕਾਰੀ ਸੀ ਉਹ ਹਮੇਸ਼ਾ ਲਈ ਫਨਾ ਹੋ ਗਈ।
ਯਾਨੀ ਇੱਕ ਤਰੀਕੇ ਇਹਨੂੰ ਨਸਲਕੁਸ਼ੀ ਗਿਣਿਆ ਜਾਂਦਾ ਹੈ ਕਿ ਉਸ ਐਕਸ ਕ੍ਰੋਮੋਸੋਮ ਦੇ ਨਾਲ ਉਸ ਮਾਤਾ ਦੇ ਟੱਬਰ ਦੇ ਜੁੜੇ ਸਾਰੇ ਦੇ ਸਾਰੇ ਅੰਸ਼ ਸਦੀਵੀ ਖਤਮ ਕਰ ਦਿੱਤੇ। WHO ਚੀਕਾਂ ਮਾਰ ਕੇ ਕਹਿ ਰਿਹਾ ਜੇ ਕਿ 112 ਲੱਖ ਕੁੜੀ ਤੁਸੀਂ ਹਰ ਸਾਲ ਮਾਰਦੇ ਪਏ ਹੋ ਕੁੱਖ ਵਿੱਚ, ਤਾਂ ਇਹਦਾ ਮਤਲਬ ਸਮਝ ਲਓ ਕਿ 112 ਲੱਖ ਟੱਬਰ ਜੋ ਤੁਹਾਡੇ ਮਾਤਾ ਵੱਲੋਂ ਅੱਗੇ ਤੁਰਨੇ ਸੀ, ਯਾਨੀ ਦਾਦੀ ਦੇ ਤੁਰਨੇ ਸੀ, ਉਹ ਹਮੇਸ਼ਾ ਲਈ ਇਸ ਦੁਨੀਆ ਤੋਂ ਫਨਾ ਹੋ ਗਏ। 373 ਜੇ ਇਸ ਅਜੇ ਤੱਕ ਦੀਆਂ ਇਹੋ ਜਿਹੀਆਂ ਕੌਮਾਂ ਜਿਹੜੀਆਂ ਖਤਮ ਹੋ ਗਈਆਂ ਨੇ ਸਿਰਫ ਇਸ ਕਰ ਲਈ ਕਿ ਉਹਨਾਂ ਦੇ ਅੱਗੋਂ ਕੁੜੀ ਨਹੀਂ ਸੀ ਜੰਮ ਰਹੀ। ਸੋ ਇਹ ਨਸਲਕੁਸ਼ੀ ਜੋ ਅਸੀਂ ਕਰ ਰਹੇ ਹਾਂ, ਇਹ ਯੂਨਾਈਟਿਡ ਨੇਸ਼ਨਸ ਨੂੰ ਦੱਸਿਆ ਸੀ ਕਿ ਇਹ ਜਦੋਂ ਅਸੀਂ ਜਾਣਕਾਰੀ ਦਿੱਤੀ ਇਸ ਚੀਜ਼ ਬਾਰੇ, ਤਾਂ ਉਹਦੇ ਨਾਲ ਹੀ ਉਸ ਥਾਂ ਦੀ ਪਿੰਡ ਦੀ ਗਿਣਤੀ ਇਸ ਵੇਲੇ 113 ਕੁੜੀਆਂ ਜੇ ਹੁਣ ਮੁੰਡਿਆਂ ਦੇ ਬਨਿਸਬਤ। ਤਾਂ ਉਹ UN ਨੇ ਕਿਹਾ ਸੀ ਕਿ ਜੇ ਇਕੱਲੀ ਔਰਤ ਇਹ ਚੀਜ਼ ਕਰਕੇ ਦਿਖਾ ਸਕਦੀ ਹੈ, ਜਾਣਕਾਰੀ ਜੋ ਕਿ ਮੈਡੀਕਲ ਪੱਖੋਂ ਦਰੁਸਤ ਹੈ, ਸਿਰਫ ਜਾਣਕਾਰੀ ਦੇਣ ਨਾਲ ਜੇ ਇਹ ਚਮਤਕਾਰ ਹੋ ਸਕਦਾ ਹੈ ਤੇ ਪੂਰੀ ਦੁਨੀਆ ਵਿੱਚ ਕਿਉਂ ਨਹੀਂ ਹੋ ਸਕਦਾ। ਡਾਕਟਰ ਸਾਹਿਬ, ਮਤਲਬ ਕਿ ਜਿਹੜੀਆਂ ਤੁਸੀਂ ਵਿਦੇਸ਼ਾਂ ਦੇ ਵਿੱਚ ਤੁਹਾਡੀਆਂ ਫੇਰੀਆਂ ਨੇ, ਇਹ ਕਿੱਥੇ ਕਿੱਥੇ ਜਾ ਕੇ ਤੁਸੀਂ ਆਪਣੇ ਜਿਹੜੇ ਲੈਕਚਰ ਨੇ ਇਹ ਦਿੱਤੇ ਆ, ਕਿੱਥੋਂ ਕਿੱਥੋਂ ਤੱਕ ਤੁਸੀਂ ਆਪਣਾ ਇਹ ਸਾਰੀਆਂ ਗੱਲਾਂ ਦਾ ਪ੍ਰਚਾਰ ਕੀਤਾ ਜਿਹੜੀਆਂ ਤੁਸੀਂ ਆਪਾਂ ਇੱਥੇ ਸਾਂਝੀਆਂ ਕੀਤੀਆਂ ਨੇ? ਜੀ, ਮੈਨੂੰ ਅਸਲ 'ਚ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਸਾਡੇ NRI ਵੀਰ ਭੈਣ ਜਿੱਥੇ ਜਿੱਥੇ ਬੈਠੇ ਨੇ, ਖਾਸ ਕਰ ਜਦੋਂ ਜ਼ਿਕਰ ਆਇਆ ਸੀ ਬਰੈਂਪਟਨ ਦਾ, ਮੈਨੂੰ ਜੋ ਅੰਕੜੇ ਦੱਸੇ ਗਏ ਕਿ ਜਿੱਥੇ NRI ਵੀਰ ਭੈਣ ਜ਼ਿਆਦਾ ਨੇ ਉਸ ਪਾਸੇ ਕੁੜੀਆਂ ਦੀ ਗਿਣਤੀ ਘਟ ਰਹੀ ਹੈ, ਕਿਉਂਕਿ ਕਈ ਟੱਬਰ ਨੇ ਜਿਹੜੇ ਹਿੰਦੁਸਤਾਨ ਵਿੱਚ ਆ ਕੇ ਅਬੋਰਸ਼ਨਸ ਕਰਵਾ ਰਹੇ ਨੇ ਜਾਂ ਅਮਰੀਕਾ 'ਚ ਜਾ ਕੇ ਕਰਵਾ ਰਹੇ ਨੇ। ਸੋ ਇਸ ਕਾਰਨ ਮੈਂ ਇਹ ਫੇਰੀ ਸੋਚੀ ਵੀ ਜ਼ਰੂਰੀ ਹੈ ਵੀ ਮੈਂ ਜੇ ਇੱਥੇ ਦੇ ਰਿਹਾ ਤਾਂ ਸਾਡੇ ਬਾਹਰ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ। ਸੋ ਲਗਭਗ ਤੁਸੀਂ ਕਾਫੀ ਥਾਵਾਂ 'ਤੇ ਜਿੱਥੇ ਜਿੱਥੇ ਸਾਡੇ ਆਪਣੇ ਬੰਦੇ ਨੇ ਉਹਨਾਂ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਅਮਰੀਕਾ ਹੈ, ਕੈਨੇਡਾ ਹੈ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਯੂਰਪ ਦੇ ਵਿੱਚ ਵੀ ਪਿੱਛੇ ਆਈ ਸਾਂ। ਅਤੇ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਰੇ ਯੂਰਪ ਦੇ ਸਾਡੇ NRI ਵੀਰਾਂ ਭੈਣਾਂ ਦੀ ਜਿਨ੍ਹਾਂ ਨੇ ਨੋ ਡਾਊਰੀ ਕੈਂਪੇਨ ਵਿੱਚ ਇੱਥੇ ਬੜੀ ਵੱਡੀ ਪੱਧਰ ਵਿੱਚ ਹਿੱਸਾ ਲਿਆ ਕਿ ਅਸੀਂ ਜੇ ਕੁੜੀਆਂ ਨੂੰ ਮਾਰਨ ਦੀ ਇਹ ਇੱਕ ਕਾਰਨ ਹੈ, ਤੇ ਅਸੀਂ ਇੱਥੇ ਬੈਠੇ ਸਹੁੰ ਖਾਂਦੇ ਹਾਂ ਕਿ ਅਸੀਂ ਦਾਜ ਦੇ ਵਿਰੁੱਧ ਲੜਾਂਗੇ, ਤੇ ਉਹ ਬੱਚੇ ਇੱਥੇ ਖੜੇ ਹੋਏ ਨੇ। ਵਾਕਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸੋ ਲਗਭਗ ਕਾਫੀ ਇਲਾਕੇ ਮੈਂ ਦੁਨੀਆ ਦੇ ਫਿਰ ਤੁਰ ਚੁੱਕੀ ਹਾਂ, ਪਰ ਮਕਸਦ ਇਹੋ ਹੈ ਕਿ ਅਸੀਂ ਹੋਰ ਦੀਵੇ ਬਾਲ ਸਕੀਏ ਤਾਂ ਕਿ ਇੱਕ ਵੱਡਾ ਇਕੱਠ ਹੋਵੇ, ਅਸੀਂ ਇਸ ਕੁਰੀਤੀ ਦੇ ਵਿਰੁੱਧ ਰਲ ਮਿਲ ਕੇ ਲਾਮਬੰਦ ਹੋ ਸਕੀਏ। ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਸਮਾਜਿਕ ਬੁਰਾਈਆਂ ਦੀ ਲੰਬੜਦਾਰ ਹੋ, ਮਤਲਬ ਕਿ ਬਹੁਤ ਹੱਦ ਤੱਕ ਤੁਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਹੋ, ਇਹਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ NRI ਜਿਹੜੇ ਉਹਨਾਂ ਦਾ ਮਤਲਬ ਕਿ ਇਹਦੇ 'ਚ ਕੀ ਰੋਲ ਹੈ, ਉਹਨਾਂ ਦੀ ਕੀ ਦੇਣ ਹੈ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਦੂਰ ਕਰਨ ਦੇ ਲਈ ਜਾਂ ਹੋਰ ਸਮਾਜ ਦੇ ਵਿੱਚ ਚੰਗੇ ਕੰਮ ਕਰਨ ਲਈ ਉਹਨਾਂ ਦਾ ਕੀ ਰੋਲ ਹੈ? ਜੀ, ਮੈਨੂੰ ਆਮ ਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਜੀ ਬਾਹਰ ਫਿਰ ਤੁਰ ਗਏ, ਅਸੀਂ ਇੱਥੇ ਬੈਠ ਕੇ ਉੱਥੇ ਕੀ ਕਰੀਏ? ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਹਾਡੀ ਇੱਕ ਹਾਏ ਉੱਥੇ ਇੱਕ ਨਗਾੜੇ ਵਾਂਗ ਵੱਜਦੀ ਜੇ, ਕਿਉਂਕਿ ਪੰਜਾਬ ਦੇ ਨੌਜਵਾਨ ਜੋ ਨੇ ਉਹਨਾਂ ਨੂੰ ਬਾਹਰ ਜਾਣ ਦਾ ਇੰਨਾ ਕੁ ਚਸਕਾ ਪਿਆ ਹੋਇਆ ਹੈ ਕਿ ਬਾਹਰੋਂ ਆਇਆ ਵੀਰ ਭੈਣ ਉਹਨਾਂ ਨੂੰ ਇੰਨਾ ਕਿ ਲਫ਼ਜ਼ ਜੇ ਸਮਝਾ ਦੇਵੇ ਕਾਕਾ ਇਹ ਗੱਲ ਗਲਤ ਹੈ, ਉਹ ਓਨਾ ਹੀ ਅਸਰ ਕਰੇਗੀ ਜਿੰਨਾ ਅਸੀਂ 10 ਦਿਨ ਲਾ ਕੇ ਸਮਝਾਉਣ ਤੇ ਕਰਦੇ ਹਾਂ ਕਿ ਕਾਕਾ ਇਹ ਗੱਲ ਗਲਤ ਹੈ, ਨਹੀਂ ਹੈ, ਕਿਉਂ ਠੀਕ ਨਹੀਂ ਹੈ। ਯਾਨੀ ਅਸੀਂ ਤਾਂ ਤਰੀਕੇ ਸਮਝਾ ਕੇ ਥੱਕੇ ਹੁੰਦੇ ਹਾਂ, ਪਰ ਤੁਹਾਡੀ ਕਈ ਆਵਾਜ਼ ਦਾ ਅਸਰ ਹੈ ਸਰਕਾਰਾਂ ਤੇ ਵੀ, ਕਾਨੂੰਨ ਤੇ ਵੀ, ਤੇ ਆਮ ਬੰਦੇ ਤੇ ਵੀ। ਸੋ ਇੱਕ ਤਾਂ ਤੁਹਾਡਾ ਰੋਲ ਹੈ ਜੋ ਤੁਸੀਂ ਇਹੀ ਜਾਣਕਾਰੀ ਜੇ ਤੁਸੀਂ ਆਪਣੇ ਵਾਪਸ ਪਿਛਾਂ ਬੈਠੇ ਜਿਹੜੇ ਤੁਹਾਡੇ ਰਿਸ਼ਤੇਦਾਰਾਂ ਤੱਕ, ਆਪਣੇ ਪਿੰਡ ਤੱਕ ਪਹੁੰਚਾ ਸਕੋ। ਦੂਜੀ ਚੀਜ਼, ਜਿਹੜੇ ਨੌਜਵਾਨ ਉੱਥੇ ਬੇਰੁਜ਼ਗਾਰ ਬੈਠੇ ਨੇ ਉਹਨਾਂ ਨੂੰ ਕਹੋ ਜੀ ਤੁਸੀਂ ਆਹ ਧਰਮ ਦੇ ਵੱਲ ਹੀ ਜੁੜ ਜਾਓ, ਮਹੀਨੇ ਦਾ 5000 ਰੁਪਇਆ ਦਿੰਦੇ ਹਾਂ ਜੀ, ਤੁਸੀਂ ਧਰਮ ਪ੍ਰਚਾਰਕ ਬਣ ਜਾਓ, ਜਾਂ ਮਹੀਨੇ ਦਾ ਅਸੀਂ ਤੁਹਾਨੂੰ 5000 ਦਿੰਦੇ ਹਾਂ ਜੀ, ਆਹ ਇੰਨੀਆਂ ਜਿਹੜੀਆਂ ਬੱਚੀਆਂ ਨੂੰ ਸਹੀ ਸੇਧ ਦੇਣ ਦਾ ਤੁਸੀਂ ਤਰੀਕਾ ਕਰੋ, ਜਾਂ ਆਹ 5000 ਦਿੰਦੇ ਹਾਂ ਪੰਜਾਬੀ ਜ਼ਬਾਨ ਪੜ੍ਹਾਉਣੀ ਸ਼ੁਰੂ ਕਰ ਦਿਓ, ਆਹ 5000 ਦਿੰਦੇ ਹਾਂ ਕਿੱਤਾ ਮੁਹੱਈਆ ਕਰਵਾਉਣ ਦੇ ਤਰੀਕੇ ਦੱਸੋ। ਯਾਨੀ ਇਹ 5000 ਅਮਾਊਂਟ ਕੁਝ ਵੀ ਨਹੀਂ, ਇੱਕ ਆਟੇ 'ਚ ਲੂਣ ਦੇ ਬਰਾਬਰ ਦਾ ਹੋਏਗਾ ਜੇ 10 ਬੰਦੇ ਵੀ ਰਲ ਕੇ ਇੱਥੋਂ ਕਰਨਗੇ, ਜਾਂ ਗੁਰਦੁਆਰਾ ਸਾਹਿਬ ਵਿੱਚੋਂ ਹੀ ਇਹ ਫੰਡ ਜਾਵੇ, ਪਰ ਉੱਥੇ ਲਈ ਉਹ 5000 ਬਹੁਤ ਕੀਮਤੀ ਜੇ।
ਦੂਜੀ ਚੀਜ਼ ਜੋ ਤੁਸੀਂ ਕਰ ਸਕਦੇ ਹੋ ਇੱਥੇ ਬੈਠੇ ਕਿ ਖੇਡਾਂ ਦੇ ਵੱਲ ਰੁਝਾਨ ਪੈਦਾ ਕਰੋ ਕਿ ਅਸੀਂ ਵੱਡੇ ਇਨਾਮ ਦਿਆਂਗੇ, ਜੇ ਤੁਸੀਂ ਇਹਨਾਂ ਵੱਲ ਤਰੱਕੀ ਕਰ ਸਕੋਗੇ ਤਾਂ ਤੁਸੀਂ ਸਮਝਦੇ ਹੋ ਕਿ ਉਹ ਵੀ ਬਹੁਤ ਵੱਡਾ ਇੱਕ ਉਪਰਾਲਾ ਹੋ ਸਕਦਾ ਹੈ। ਡਾਕਟਰ ਸਾਹਿਬ, ਬਹੁਤ ਸਾਰੀਆਂ ਗੱਲਾਂ ਆਪਾਂ ਅੱਜ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਟਾਈਮ ਬਿਲਕੁਲ ਆਪਣੇ ਕੋਲ ਥੋੜਾ ਜਿਹਾ, ਤੇ ਮੈਂ ਚਾਹੁੰਦਾ ਕਿ ਅਖੀਰ ਦੇ ਵਿੱਚ ਤੁਸੀਂ ਕਿਹੜਾ ਸੁਨੇਹਾ ਆਪਣੇ ਵੀਰਾਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਬੱਚੀਆਂ ਨੂੰ ਦੇਣਾ ਚਾਹੋਗੇ? ਜ਼ਰੂਰ, ਮੇਰੀ ਦਿਲ ਦੀ ਆਵਾਜ਼ ਹੈ ਕੁਝ ਸਤਰਾਂ ਵਿੱਚ, ਮੈਂ ਸ਼ੁਕਰਾਨਾ ਵੀ ਉਹਦੇ ਵਿੱਚ ਹੀ ਹੈ ਮੇਰਾ, ਤੇ ਤੁਹਾਡੀ ਇਹ ਜੋ ਮਿਹਨਤ ਕਰ ਰਹੇ ਹੋ ਹੱਡ ਪੰਨਵੀਂ, ਉਹਨੂੰ ਸਲਾਮ ਵੀ ਹੈ ਕਿ ਰਹਿਣਾ ਵਿੱਚ ਪਰਦੇਸਾਂ, ਸੁਪਨੇ ਲੈਣੇ ਵਤਨਾਂ ਦੇ, ਟੁਕੜਿਆਂ ਵਿੱਚ ਵੰਡ ਕੇ ਜਿਉਣਾ ਸੌਖਾ ਨਹੀਂ ਹੁੰਦਾ, ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਏ ਬੰਦੇ ਨੂੰ, ਸੱਜਣਾ ਕੋਲੋਂ ਚੱਲ ਕੇ ਆਉਣਾ ਸੌਖਾ ਨਹੀਂ ਹੁੰਦਾ, ਸ਼ੋਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਏ, ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ, ਕਾਮਯਾਬ ਨੇ ਜਿਹੜੇ ਉਹਨਾਂ ਤੋਂ ਸਦਕੇ ਜਾਵਾਂ ਮੈਂ, ਬਾਹਰਲੇ ਮੁਲਕ 'ਚ ਪੈਰ ਜਮਾਉਣਾ ਸੌਖਾ ਨਹੀਂ ਹੁੰਦਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਰੋਤਿਓ, ਜਿਸ ਤਰ੍ਹਾਂ ਅੱਜ ਅਸੀਂ ਡਾਕਟਰ ਹਰਸ਼ਿੰਦਰ ਕੌਰ ਜੀ ਉਹਨਾਂ ਦੇ ਨਾਲ ਗੱਲ ਕੀਤੀ, ਜਿਹਦੇ ਵਿੱਚ ਬਹੁਤ ਸਾਰੇ ਪੱਖਾਂ ਨੂੰ ਅਸੀਂ ਟੱਚ ਕੀਤਾ। ਬੇਸ਼ੱਕ ਸਮੇਂ ਦੀ ਘਾਟ ਹੋਣ ਦੇ ਕਾਰਨ ਅਸੀਂ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਤੇ ਸੰਗਤਾਂ ਦੇ ਨਾਲ ਸਾਂਝਾ ਨਹੀਂ ਕਰ ਸਕੇ, ਪਰ ਨਸ਼ਿਆਂ ਦੇ ਬਾਰੇ ਗੱਲ ਕਰਨੀ, RSS ਦੇ ਬਾਰੇ ਗੱਲ ਕਰਨੀ, ਭਰੂਣ ਹੱਤਿਆ ਦੇ ਬਾਰੇ ਗੱਲ ਕਰਨੀ, ਜੋ ਸਾਡੀਆਂ ਸਮਾਜਿਕ ਬੁਰਾਈਆਂ ਹਨ ਉਹਨਾਂ ਦੇ ਬਾਰੇ ਅਸੀਂ ਡਾਕਟਰ ਸਾਹਿਬ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਵੱਲੋਂ ਦਿੱਤੇ ਹੋਏ ਸੁਝਾਅ ਉਹਨਾਂ ਦਾ ਜ਼ਰੂਰ ਤੁਸੀਂ ਫਾਇਦਾ ਲਵੋਗੇ। ਸੋ ਇਸ ਦੇ ਨਾਲ ਹੀ ਕਈ ਗੱਲਾਂ ਅਸੀਂ ਕੋਈ ਗਲਤ ਵੀ ਕਰ ਗਏ ਹੋਵਾਂਗੇ, ਉਸ ਦੇ ਲਈ ਹੀ ਖਿਮਾ ਜੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ